जय मालकां दी, जय मालकां दी। होर सारे ठीक हो तुसीं? चलो बड़ा वधिया जनरेटर चलदा सी। माइक नूं हत्थ लांदे ही कहंदे धुआं निकल, कहंदे मालको एनर्जी ज़्यादा भेजती तुसीं। दसदे भी हुंदे ना, साइंस भी कहंदी कि जदों आसमान 'च बिजली होवे ना कड़कदी ਤਾਂ ਟੀਵੀ ਦੀ ਤਾਰ ਕੱਢ ਦਿਓ, ਜਿੰਨੀਆਂ ਵੀ ਇਲੈਕਟ੍ਰੋਨਿਕਸ ਡਿਵਾਈਸ ਹੁੰਦੀਆਂ ਤਾਰ ਕੱਢ ਦਿਓ, ਕਿਉਂਕਿ ਐਂਟੀਨਾ ਹੁੰਦਾ, ਡਿਸ਼ ਹੁੰਦੀ ਹੈ, ਉਹਦੇ ਜ਼ਰੀਏ ਉਹ ਕਰੰਟ ਫਿਰ ਉਹ ਟੀਵੀ ਨੂੰ ਸਾੜ ਸਕਦਾ। ਇਸ ਲਈ ਕਈਆਂ ਨੂੰ ਨਾ ਬਿਜਲੀ ਪੈਂਦੀ ਹੈ ਟੀਵੀ ਸੜ ਜਾਂਦੇ ਆ, ਕਿਉਂਕਿ ਉਹਨਾਂ ਦਾ ਕਨੈਕਸ਼ਨ ਬਿਜਲੀ ਨਾਲ ਜੁੜਿਆ ਹੁੰਦਾ ਹੈ। ਇਸ ਲਈ ਆ ਮਾਈਕ ਦਾ ਕਨੈਕਸ਼ਨ ਵੀ ਜਨਰੇਟਰ ਨਾਲ ਜੁੜਿਆ ਸੀ ਨਾ, ਹਾਲੇ ਔਨ ਹੀ ਕੀਤਾ ਨਾਲ ਹੀ। ਸੋ ਹੁਣ ਠੀਕ ਹੈ, ਤੁਹਾਨੂੰ ਨਹੀਂ ਪੁੱਛਦੇ। ਸੋ ਹੁਣ ਆਨੰਦ ਦੀ ਸ਼ੁਰੂਆਤ ਕਰੀਏ, ਕਿਉਂਕਿ ਦਿਨ ਹੀ ਆਨੰਦ ਵਾਲੇ ਚੱਲ ਰਹੇ ਆ, ਖੁਸ਼ੀਆਂ ਵਾਲੇ ਚੱਲ ਰਹੇ ਆ। ਪ੍ਰਭਾਤ ਫੇਰੀਆਂ ਜਿਸ ਸਿਲਸਿਲੇ ਵਿੱਚ ਇਹ ਚੱਲ ਰਹੀਆਂ ਹੈ, ਤੁਹਾਨੂੰ ਪਤਾ ਹੀ ਹੈ ਕਿ 2 ਅਕਤੂਬਰ ਬੜੇ ਮਾਲਕਾਂ ਦਾ ਔਰ ਬੀਬੀ ਹਜ਼ੂਰ ਦਾ ਮਹਾਨ ਪਵਿੱਤਰ ਪ੍ਰਗਟ ਦਿਵਸ, ਔਰ ਇਹ ਦਿਨ ਹੀ ਇੰਨਾ ਖੁਸ਼ੀਆਂ ਵਾਲਾ ਹੈ ਕਿ ਉਹ ਖੁਸ਼ੀਆਂ ਦੇ ਵਿੱਚ ਅਸੀਂ ਸਾਰੇ ਨੱਚ ਰਹੇ ਹਾਂ, ਗਾ ਰਹੇ ਹਾਂ, ਭੰਗੜੇ ਪਾ ਰਹੇ ਹਾਂ, ਆਪਣੇ ਮਾਲਕਾਂ ਦੀ, ਆਪਣੇ ਸਤਿਗੁਰਾਂ ਦੀ ਉਸਤਤ ਨੱਚ ਕੇ ਗਾ ਕੇ ਕਰ ਰਹੇ ਹਾਂ। ਸੋ ਇੱਕ ਇੱਕ ਪਲ, ਇੱਕ ਇੱਕ ਮਿੰਟ, ਇੱਕ ਇੱਕ ਸਕਿੰਟ ਸਾਡੇ ਸਾਰਿਆਂ ਵਾਸਤੇ ਬੜਾ ਆਨੰਦ ਵਾਲਾ ਹੈ। ਔਰ ਅੱਜ ਇਸੇ ਤਰ੍ਹਾਂ ਆਨੰਦ ਲੈਂਦੇ ਲੈਂਦੇ ਦੇਖੋ ਕਿੱਥੇ ਆ ਗਏ ਅਸੀਂ। ਅੱਜ ਇਹ ਪ੍ਰਭਾਤ ਫੇਰੀ ਪਹੁੰਚੀ ਹੈ ਪੰਡੋਰੀ ਅਟਵਾਲ ਵਿਖੇ। ਇਸ ਲਈ ਸਭ ਤੋਂ ਪਹਿਲਾਂ ਤਾਂ ਕਿਉਂਕਿ ਪਹਿਲੀ ਵਾਰ ਇਸ ਨਗਰ 'ਚ ਇਹ ਪ੍ਰਭਾਤ ਫੇਰੀ ਆਈ ਹੈ, ਔਰ ਜਿਸ ਪਰਿਵਾਰ ਦੀ ਵਜ੍ਹਾ ਨਾਲ ਅੱਜ ਇਸ ਨਗਰ ਦੇ ਵਿੱਚ ਇਹ ਪ੍ਰਭਾਤ ਫੇਰੀ ਆਈ ਹੈ, ਸਭ ਤੋਂ ਪਹਿਲਾਂ ਅਸੀਂ ਆਪਣੀ ਤਰਫੋਂ ਆਈ ਹੋਈ ਸਾਰੀ ਸੰਗਤ ਦੀ ਤਰਫੋਂ ਇਹ ਪਰਿਵਾਰ ਦੇ ਸਾਰੇ ਮੈਂਬਰਾਂ ਨੂੰ ਬਹੁਤ ਬਹੁਤ ਵਧਾਈ ਦੇਵਾਂਗੇ, ਮੁਬਾਰਕਬਾਦ ਦੇਵਾਂਗੇ, ਕਿਉਂਕਿ ਇਹਨਾਂ ਨੇ ਪ੍ਰਭਾਤ ਫੇਰੀ ਦਾ ਸਮਾਂ ਲਿਆ ਔਰ ਅਸੀਂ ਇਹ ਆਨੰਦ ਲੈਣ ਵਾਸਤੇ ਇੱਥੇ ਇਕੱਠੇ ਹੋਏ ਹਾਂ। ਹੁਣ ਇਹ ਗੱਲ ਅਸੀਂ ਕਈ ਵਾਰ ਦੱਸੀ ਦੀ ਹੈ ਕਿ ਉਸ ਪ੍ਰਮਾਤਮਾ, ਉਸ ਪ੍ਰਭੂ ਨੇ ਤਾਂ ਸਾਨੂੰ ਜ਼ਿੰਦਗੀ, ਇਹ ਜੀਵਨ ਦਿੱਤਾ ਹੀ ਆਨੰਦ ਲੈਣ ਵਾਸਤੇ ਹੈ, ਪਰ ਦਰਅਸਲ ਇਨਸਾਨ ਨੂੰ ਆਨੰਦ ਲੈਣ ਦੀ ਕਲਾ ਸਿੱਖਣੀ ਪੈਂਦੀ ਹੈ। ਕਿਉਂਕਿ ਜਿਸ ਤਰ੍ਹਾਂ ਇੱਕ ਬੱਚਾ ਜਨਮ ਲੈਂਦਾ ਹੈ ਨਾ, ਤਾਂ ਤੁਸੀਂ ਦੇਖਦੇ ਹੋ ਕਿ ਜਨਮ ਲੈਣ ਦੇ ਨਾਲ ਹੀ ਉਹ ਬੱਚਾ ਤੁਰਨਾ ਨਹੀਂ ਸਿੱਖ ਲੈਂਦਾ, ਉਹਨੂੰ ਤੁਰਨ ਦੀ ਕਲਾ ਸਿੱਖਣੀ ਪੈਂਦੀ ਹੈ, ਉਹਨੂੰ ਰੁੜਨਾ ਵੀ ਸਿੱਖਣਾ ਪੈਂਦਾ ਹੈ। ਇਸ ਲਈ ਅਗਰ ਛੋਟੀ ਛੋਟੀਆਂ ਚੀਜ਼ਾਂ ਵੀ ਦੇਖੀਏ ਤਾਂ ਪ੍ਰਮਾਤਮਾ ਨੇ ਉਹ ਬੱਚੇ ਅੰਦਰ ਸਾਰੀਆਂ ਸ਼ਕਤੀਆਂ ਰੱਖੀਆਂ ਹੋਈਆਂ ਹੈ, ਸਭ ਕੁਝ ਰੱਖਿਆ ਹੋਇਆ ਹੈ, ਪਰ ਬੱਚਾ ਉਸੇ ਸ਼ਕਤੀ ਨੂੰ ਬਾਹਰ ਲਿਆ ਸਕਦਾ ਜਿਹਦੀ ਕਲਾ ਉਹ ਸਿੱਖਦਾ ਹੈ, ਜਿਹਦੀ ਕੋਸ਼ਿਸ਼ ਕਰਦਾ ਹੈ। ਹੁਣ ਇੱਕ ਇਨਸਾਨ ਕਹਿੰਦਾ ਮੈਨੂੰ ਪਲੇਨ ਉਡਾਉਣਾ ਨਹੀਂ ਆਉਂਦਾ, ਅਗਰ ਸਿੱਖੇਗਾ ਤਾਂ ਉਹ ਵੀ ਉਡਾਉਣਾ ਆ ਜਾਏਗਾ ਕਿ ਨਹੀਂ? ਪਾਇਲਟ ਕਿੱਦਾਂ ਸਿੱਖਦੇ ਹੈ, ਮਤਲਬ ਪਾਇਲਟ ਕਿੱਦਾਂ ਉਡਾਉਂਦੇ ਹੈ? ਸਿੱਖ ਕੇ ਹੀ ਉਡਾਉਂਦੇ ਹੈ ਨਾ। ਇੱਕ ਬੰਦਾ ਕਹਿੰਦਾ ਮੈਨੂੰ ਸਾਈਕਲ ਚਲਾਉਣਾ ਨਹੀਂ ਆਉਂਦਾ, ਮੈਨੂੰ ਮੋਟਰਸਾਈਕਲ ਚਲਾਉਣਾ ਨਹੀਂ ਆਉਂਦਾ, ਮੈਨੂੰ ਗੱਡੀ ਚਲਾਉਣੀ ਨਹੀਂ ਆਉਂਦੀ, ਤਾਂ ਹੁਣ ਅਗਰ ਨਹੀਂ ਆਉਂਦੀ ਤਾਂ ਇਹਦਾ ਮਤਲਬ ਇਹ ਨਹੀਂ ਕਿ ਤੂੰ ਸਿੱਖ ਨਹੀਂ ਸਕਦਾ। ਅਗਰ ਤੂੰ ਸਿੱਖੇਗਾ ਤਾਂ ਤੂੰ ਚਲਾ ਵੀ, ਜਵਾਬ ਦੇ ਦਿਓ। ਹੁਣ ਇਹਦਾ ਮਤਲਬ ਕੀ ਹੈ? ਹੁਣ ਫਰਜ਼ ਕਰੋ ਇੱਕ ਇਨਸਾਨ ਨੂੰ ਕਾਰ ਨਹੀਂ ਆਉਂਦੀ ਔਰ ਉਹ ਕਹਿੰਦਾ ਹੈ ਰੱਬਾ ਉਹ ਵੀ ਗੱਡੀ ਚਲਾਉਂਦਾ, ਉਹ ਵੀ ਗੱਡੀ ਚਲਾਉਂਦਾ, ਮੈਨੂੰ ਗੱਡੀ ਨਹੀਂ ਸਿਖਾਈ ਤੂੰ, ਮੈਨੂੰ ਗੱਡੀ ਚਲਾਉਣ ਦੀ ਕਲਾ ਨਹੀਂ ਦਿੱਤੀ, ਤਾਂ ਰੱਬ ਦਾ ਦੋਸ਼ ਹੈ? ਇਹ ਜਵਾਬ ਦੇਣਾ ਤੁਸੀਂ। ਇਹ ਦੋਸ਼ ਕਿਹਦਾ ਹੈ? ਕਿਉਂਕਿ ਉਹਨਾਂ ਕਦੀ ਕੋਸ਼ਿਸ਼। ਹੁਣ ਅੱਜ ਇਨਸਾਨ ਵੀ ਕੀ ਕਹਿੰਦਾ, ਰੱਬਾ ਉਹ ਵੀ ਸੁਖੀ, ਉਹਨੂੰ ਵੀ ਖੁਸ਼ੀ ਦਿੱਤੀ, ਉਹਨੂੰ ਵੀ ਸੁਖੀ ਦਿੱਤੀ, ਮੈਨੂੰ ਹੀ ਦੁੱਖ ਦਿੱਤੇ। ਤਾਂ ਭਾਈ ਰੱਬ ਕਿਸੇ ਨੂੰ ਨਾ ਦੁੱਖ ਦਿੰਦਾ ਹੈ ਨਾ ਸੁੱਖ ਦਿੰਦਾ ਹੈ, ਉਹ ਤਾਂ ਖੁਸ਼ੀਆਂ ਦਾ ਦਾਤਾ ਹੈ, ਸਮਝਦੇ ਹੋ ਕਿ ਨਹੀਂ? ਕਿਉਂਕਿ ਉਹਦੇ ਘਰ ਦੇ ਤਾਂ ਵਿੱਚ ਇੱਕੋ ਹੀ ਨਿਯਮ ਹੈ, ਤੂੰ ਕਰ ਸਿੱਖ ਤਾਂ ਲੈ ਜਾ, ਠੀਕ ਹੈ? ਤੂੰ ਰੋਣਾ ਵੀ ਤੇਰੀ, ਜਿੱਦਾਂ ਕਹਿ ਲਓ ਨਾ, ਜੇ ਬੰਦਾ ਦੁਖੀ ਹੈ, ਰੋਂਦਾ ਹੈ, ਤਾਂ ਉਹ ਵੀ ਉਹਦੀ ਕਰਨੀ ਹੈ, ਤਾਂ ਜੇ ਬੰਦਾ ਹੱਸਦਾ ਹੈ, ਮੁਸਕਰਾਉਂਦਾ ਹੈ, ਜੀਵਨ 'ਚ ਖੁਸ਼ ਹੈ, ਤਾਂ ਉਹ ਵੀ ਉਹਦੀ ਕਰਨੀ ਹੈ। ਜੇ ਇੱਕ ਇਨਸਾਨ ਬਹਿ ਕੇ ਭੀਖ ਮੰਗ ਰਿਹਾ ਹੈ ਤਾਂ ਉਹ 'ਚ ਰੱਬ ਦਾ ਦੋਸ਼ ਨਹੀਂ ਕਿ ਉਹ ਭਿਖਾਰੀ ਹੈ, ਉਹ ਕਹੇ ਮੈਨੂੰ ਭਿਖਾਰੀ ਬਣਾਇਆ ਤੂੰ ਜਾਂ ਮੈਨੂੰ ਭੀਖ ਮੰਗਣ ਤੇ ਮਜਬੂਰ ਕਰ ਦਿੱਤਾ। ਨਹੀਂ, ਰੱਬ ਕਿਸੇ ਨੂੰ ਮਜਬੂਰ ਨਹੀਂ ਕਰਦਾ। ਅਗਰ ਉਹ ਭੀਖ ਮੰਗ ਰਿਹਾ ਹੈ ਤਾਂ ਉਹ ਵੀ ਉਹਦੀ ਕਰਨੀ ਹੈ। ਤਾਂ ਇੱਕ ਇਨਸਾਨ ਡਾਕਟਰ, ਸਾਇੰਟਿਸਟ ਬਣ ਕੇ, ਕੋਈ ਆਫੀਸਰ ਬਣ ਕੇ ਕੁਰਸੀ ਤੇ ਬੈਠਾ ਹੈ ਤਾਂ ਬੰਦਾ ਕਹੇ ਰੱਬਾ ਤੂੰ ਉਹਨੂੰ ਕੁਰਸੀ ਤੇ ਬਿਠਾਤਾ, ਤਾਂ ਉਹ ਵੀ ਉਹਦੀ ਮਿਹਨਤ ਹੈ, ਉਹਦੀ ਕਰਨੀ ਹੈ। ਸਮਝ ਲੈਣਾ ਸਾਰਿਆਂ ਨੇ। ਕਿਉਂਕਿ ਜੇ ਬੰਦਾ ਕਹੇ ਮੇਰੇ ਘਰ 'ਚ ਗਰੀਬੀ ਸੀ, ਮੇਰੇ ਘਰ 'ਚ ਗਰੀਬੀ ਸੀ, ਜਾਂ ਮੇਰੇ ਘਰ 'ਚ ਇੰਨੀ ਗਰੀਬੀ ਸੀ ਮੈਨੂੰ ਸਕੂਲ ਜਾਣ ਦਾ, ਕਾਲਜ ਜਾਣ ਦਾ ਟਾਈਮ ਨਹੀਂ ਮਿਲਿਆ, ਤਾਂ ਅਸੀਂ ਇਤਿਹਾਸ ਵਿੱਚ ਇਦਾਂ ਦੇ ਕਈ ਦੱਸ ਸਕਦੇ ਹਾਂ ਜਿਹੜੇ ਅਨਪੜ੍ਹ ਸੀ ਪਰ ਉਹਨਾਂ ਨੇ ਮਿਹਨਤ ਕਰਕੇ ਕਿਸ ਮੰਜ਼ਿਲ ਨੂੰ ਪ੍ਰਾਪਤ ਕੀਤਾ। ਕਿਉਂਕਿ ਉਹਨਾਂ ਨੇ ਇਹ ਨਹੀਂ ਸੋਚਿਆ ਕਿਸੇ ਅੱਗੇ ਹੱਥ ਫੈਲਾਈਏ, ਉਹ ਕਹਿੰਦੇ ਮਿਹਨਤ ਇੰਨੀ ਕਰਨੀ ਹੈ
ਕਿ ਸਾਡਾ ਹੱਥ ਐਂ ਹੋਣ ਦੀ ਬਜਾਏ ਅਸੀਂ ਐਂ ਰੱਖੀਏ, ਕਿਉਂਕਿ ਜਿਹਦੀ ਸੋਚ ਹੀ ਦੇਣ ਵਾਲੀ ਹੁੰਦੀ ਹੈ ਨਾ। ਜਿੱਦਾਂ ਅਸੀਂ ਕਈ ਵਾਰ ਇੱਕ ਕਹਾਣੀ ਦੱਸੀ ਦੀ ਹੈ, ਇਹ ਕਹਾਣੀ ਤੋਂ ਅਗਰ ਅਸੀਂ ਸਮਝ ਲਈਏ ਨਾ, ਸਾਨੂੰ ਬੜੀ ਸਮਝ, ਬੜਾ ਗਿਆਨ ਮਿਲਦਾ ਹੈ। ਕਹਾਣੀ ਸਾਨੂੰ ਬਹੁਤ ਪਿਆਰੀ ਲੱਗਦੀ ਹੈ, ਇਸ ਲਈ ਅੱਜ ਇਹਦਾ ਇੱਕ ਵਾਰ ਫਿਰ ਜ਼ਿਕਰ ਕਰਾਂਗੇ ਕਿ ਇਨਸਾਨ ਦੀ ਸੋਚ ਕਿੱਦਾਂ ਦੀ ਹੁੰਦੀ ਹੈ। ਇਨਸਾਨ ਦੀ ਸੋਚ ਕੀ ਹੁੰਦੀ ਹੈ ਕਿ ਦੋ ਨੌਜਵਾਨ ਬੈਠੇ ਹੈ, ਦੋ ਨੌਜਵਾਨ ਬੈਠੇ ਹੈ ਔਰ ਦੋਨੇ ਸਧਾਰਨ, ਜਿੱਦਾਂ ਸਮਝ ਲਓ ਕਿ ਬੰਦਾ ਕਹਿੰਦਾ ਨਾਰਮਲ, ਨਾ ਅਮੀਰ ਨਾ ਗਰੀਬ। ਤਾਂ ਉਹਨਾਂ ਦਾ ਇੱਕ ਹੋਰ ਦੋਸਤ ਸੀ ਜਿਹੜਾ ਬੜਾ ਅਮੀਰ ਸੀ। ਉਹ ਅਮੀਰ ਦੋਸਤ ਆਂਦਾ ਹੈ ਆਪਣੀ ਨਵੀਂ ਗੱਡੀ ਵਿੱਚ, ਗੱਡੀ ਸਾਹਮਣੇ ਖੜੀ ਕਰਦਾ ਹੈ, ਗੱਡੀ ਦੀ ਚਾਬੀ ਘੁਮਾਉਂਦਾ ਘੁਮਾਉਂਦਾ ਆਂਦਾ ਹੈ, ਕਹਿੰਦਾ ਦੇਖੋ ਮੇਰੀ ਨਵੀਂ ਗੱਡੀ। ਉਹ ਕਹਿੰਦੇ ਹੈ ਨਵੀਂ ਗੱਡੀ? ਉਹ ਕਹਿੰਦਾ ਹਾਂ, ਮੇਰੇ ਡੈਡੀ ਨੇ ਮੈਨੂੰ ਗਿਫਟ ਕੀਤੀ ਹੈ, ਮੇਰੇ ਡੈਡ ਨੇ, ਮੇਰੇ ਪਾਪਾ ਨੇ ਮੈਨੂੰ ਤੋਹਫਾ ਦਿੱਤਾ ਹੈ। ਹੁਣ ਕਹਿੰਦੇ ਦੋਨੇ ਹੀ ਸੋਚਣ ਲੱਗ ਗਏ। ਤਾਂ ਅਮੀਰ ਦੋਸਤ ਨੇ ਪੁੱਛਿਆ ਕੀ ਸੋਚ ਰਹੇ ਹੋ? ਤਾਂ ਪਹਿਲੇ ਨੇ ਕਿਹਾ ਮੈਂ ਸੋਚਦਾ ਯਾਰ ਕਾਸ਼ ਮੇਰਾ ਵੀ ਤੇਰੇ ਵਰਗਾ ਡੈਡੀ ਹੁੰਦਾ ਤਾਂ ਮੈਨੂੰ ਵੀ ਗੱਡੀ ਗਿਫਟ ਮਿਲਦੀ, ਪਰ ਮੈਂ ਕੀ, ਮੇਰਾ ਡੈਡੀ ਗਰੀਬ, ਯਾਨੀ ਨਾਰਮਲ ਜ਼ਿੰਦਗੀ ਜੀ ਰਹੇ ਹਾਂ ਅਸੀਂ। ਕਿਉਂਕਿ ਇੱਕ ਤਾਂ ਗਰੀਬ ਇੰਨਾ ਹੁੰਦਾ ਕਿ ਖਾਣ ਨੂੰ ਰੋਟੀ ਨਹੀਂ ਮਿਲਦੀ, ਪਾਣ ਨੂੰ ਕੱਪੜੇ ਨਹੀਂ ਮਿਲਦੇ। ਇੱਕ ਹੁੰਦਾ ਨਾਰਮਲ, ਖਾਣ ਨੂੰ ਰੋਟੀ ਮਿਲ ਜਾਂਦੀ, ਪਾਣ ਨੂੰ ਕੱਪੜਾ ਮਿਲ ਜਾਂਦਾ, ਪਰ ਮਹਿੰਗੀ ਗੱਡੀ ਨਹੀਂ ਖਰੀਦ ਸਕਦੇ, ਮਹਿੰਗਾ ਸਾਜੋ ਸਮਾਨ ਨਹੀਂ ਖਰੀਦ ਸਕਦੇ। ਸੋ ਕਹਿੰਦਾ ਮੈਂ ਸੋਚਦਾ ਕਾਸ਼ ਮੇਰਾ ਵੀ ਡੈਡੀ ਤੇਰੇ ਵਾਂਗੂ ਅਮੀਰ ਹੁੰਦਾ ਨਾ, ਤਾਂ ਅੱਜ ਮੈਂ ਵੀ ਗੱਡੀਆਂ 'ਚ ਘੁੰਮਦਾ। ਹੁਣ ਦੂਸਰਾ ਵੀ ਕੋਲ ਬੈਠਾ ਹੈ, ਉਹ ਵੀ ਚੁੱਪ ਹੈ। ਤਾਂ ਉਸ ਦੋਸਤ ਨੇ ਪੁੱਛਿਆ ਤੂੰ ਵੀ ਇਹੀ ਸੋਚ ਰਿਹਾ, ਤੂੰ ਕੀ ਸੋਚ ਰਿਹਾ ਹੈ? ਉਹ ਕਹਿੰਦਾ ਮੈਂ ਇਹ ਸੋਚ ਰਿਹਾ ਹਾਂ। ਜਰਾ ਹੁਣ ਦੇਖਣਾ ਪਹਿਲੇ ਦੀ ਸੋਚ ਕੀ ਸੀ, ਕਾਸ਼ ਮੇਰਾ ਡੈਡੀ ਵੀ ਤੇਰੇ ਵਾਂਗੂ ਅਮੀਰ ਹੁੰਦਾ ਤਾਂ ਮੈਂ ਵੀ ਗੱਡੀਆਂ 'ਚ ਘੁੰਮਦਾ, ਮੈਨੂੰ ਵੀ ਤੋਹਫਾ ਮਿਲਦਾ, ਮੈਨੂੰ ਵੀ ਗਿਫਟ ਮਿਲਦਾ, ਇਸ ਲਈ ਮੈਂ ਇਹ ਸੋਚ ਰਿਹਾ ਹਾਂ। ਤਾਂ ਉਹਨੇ ਦੂਜੇ ਨੂੰ ਪੁੱਛਿਆ ਤੂੰ ਕੀ ਸੋਚ ਰਿਹਾ ਹੈ? ਉਹਨੇ ਕਿਹਾ ਮੈਂ ਯਾਰ ਇਹ ਸੋਚ ਰਿਹਾ ਹਾਂ ਕਿ ਜ਼ਿੰਦਗੀ 'ਚ ਇੰਨੀ ਮਿਹਨਤ ਕਰਨੀ ਹੈ ਨਾ ਕਿ ਇੱਕ ਦਿਨ ਆਪਣੇ ਡੈਡੀ ਨੂੰ ਇਹ ਤੋਂ ਹੀ ਵਧੀਆ ਗੱਡੀ ਗਿਫਟ ਕਰਨੀ। ਉਹ ਇਹ ਨਹੀਂ ਸੋਚ ਰਿਹਾ ਮੇਰਾ ਡੈਡੀ ਅਮੀਰ ਹੁੰਦਾ, ਉਹ ਕਹਿੰਦਾ ਮੈਂ ਇੰਨਾ ਮਿਹਨਤ ਕਰਕੇ ਅਮੀਰ ਬਣਨਾ ਹੈ, ਮਿਹਨਤ ਕਰਕੇ ਇੰਨੀ ਉਚਾਈ ਤੇ ਜਾਣਾ ਕਿ ਮੈਂ ਡੈਡੀ ਨੂੰ ਇਸ ਤੋਂ ਅੱਛੀ ਚੀਜ਼ ਗਿਫਟ ਦਊਂ। ਉਹ ਕਹਿੰਦੇ ਜ਼ਿੰਦਗੀ, ਇਹ ਜੀਵਨ ਸਾਡੀ ਸੋਚ ਨਾਲ ਬਣਦਾ ਹੈ। ਇੱਕ ਦੀ ਸੋਚ ਹੀ ਮੰਗਣ ਵਾਲੀ ਹੁੰਦੀ ਹੈ ਤਾਂ ਉਹਦੀ ਜ਼ਿੰਦਗੀ ਫਿਰ ਮੰਗਤਾ ਬਣ ਕੇ ਗੁਜ਼ਰ ਜਾਂਦੀ ਹੈ। ਇੱਕ ਦੀ ਸੋਚ ਬੜੀ ਹੁੰਦੀ ਹੈ ਕਿ ਮੈਂ ਮੰਗਣਾ ਨਹੀਂ ਹੈ, ਮੈਂ ਮਿਹਨਤ ਇੰਨੀ ਕਰਨੀ ਹੈ ਔਰ ਮੈਨੂੰ ਆਪਣੇ ਰੱਬ ਤੇ ਯਕੀਨ ਇੰਨਾ ਹੈ। ਔਰ ਜਿੱਦਾਂ ਇਹ ਦੱਸੀਦਾ ਕਿ ਜੇ ਵਿਸ਼ਵਾਸ ਨਾਲ ਮਿਹਨਤ ਕੀਤੀ ਜਾਵੇ ਤਾਂ ਕਾਮਯਾਬੀ ਵੀ ਜ਼ਰੂਰ। ਤਾਂ ਪਰ ਜੇ ਇਨਸਾਨ ਦੀ ਪਹਿਲੀ ਸੋਚ ਛੋਟੀ ਹੋਵੇ ਤਾਂ ਫਿਰ ਇਨਸਾਨ ਕਦੀ ਜੀਵਨ 'ਚ ਕਾਮਯਾਬ ਹੋ ਹੀ ਨਹੀਂ ਸਕਦਾ, ਕਿਉਂਕਿ ਜੈਸੀ ਸਾਡੀ ਸੋਚ ਹੋਣੀ ਹੈ ਮਿਲਣਾ ਵੀ ਸਾਨੂੰ ਵੈਸਾ ਹੀ ਹੈ। ਹੁਣ ਬੰਦਾ ਪਹਿਲੇ ਇੱਕ ਟਾਰਗੇਟ ਰੱਖਦਾ, ਫਰਜ਼ ਕਰੋ ਜਿੱਦਾਂ ਅਸੀਂ ਪਹਿਲਾਂ ਨਾ ਕਾਫੀ ਸਾਲ ਪਹਿਲਾਂ ਰਨਿੰਗ ਕਰਨ ਜਾਈਦਾ ਸੀ, ਸਵੇਰੇ ਸਵੇਰੇ ਅਸੀਂ ਇੱਕ ਟਾਰਗੇਟ ਰੱਖਿਆ ਹੁੰਦਾ ਸੀ ਕਿ ਕਾਂਟੀਆਂ ਦਰਬਾਰ ਦੇ ਗੇਟ ਤੋਂ ਦੌੜਨਾ ਸ਼ੁਰੂ ਕਰਨਾ ਹੈ। ਤਾਂ ਕਪਾੜ ਤੋਂ ਅੱਗੇ ਇੱਕ ਨਾ ਲੈਫਟ ਹੈਂਡ ਵਾਈਡ ਜਿਹਾ ਮੰਦਿਰ ਹੈ, ਉਹਦੇ ਰੋਡ ਦੇ ਉੱਪਰ ਹੀ ਪਿੱਲਰ ਲੱਗੇ ਹੈ ਔਰ ਇਹ ਸੋਚਣਾ ਕਿ ਉਹ ਪਿੱਲਰਾਂ ਨੂੰ ਟੱਚ ਕਰਨਾ ਬਿਨਾਂ ਰੁਕੇ ਔਰ ਵਾਪਸ ਆਣਾ ਹੈ, ਰੁਕਣਾ ਨਹੀਂ ਹੈ। ਸਮਝਦੇ ਹੋ ਕਿ ਨਹੀਂ? ਇੱਕ ਟਾਰਗੇਟ ਰੱਖ ਲਿਆ, ਫਿਰ ਅਸੀਂ ਦੌੜਨਾ ਸ਼ੁਰੂ ਕਰਨਾ। ਔਰ ਕਈ ਵਾਰ ਅਨਵਰ ਵੀ ਨਾਲੇ ਹੁੰਦਾ ਸੀ, ਕਈ ਵਾਰ ਹੁੰਦਾ ਸੀ, ਕਈ ਵਾਰ ਇਹਨੂੰ ਜਾਣਾ ਹੀ ਪੈਂਦਾ ਸੀ ਕੰਮ, ਜਾਂ ਕਈ ਵਾਰ ਹੋਰ ਨੌਜਵਾਨ ਹੋਣੇ ਤਾਂ ਉਹ ਅਸੀਂ ਮੁੜ ਕੇ ਨਹੀਂ ਪਿੱਛੇ ਦੇਖਦੇ ਹੁੰਦੇ ਸਾਡੇ ਪਿੱਛੇ ਕਿਹੜਾ ਦੌੜਿਆ ਕਿਹੜਾ ਨਹੀਂ, ਕਿਉਂਕਿ ਸਾਡਾ ਧਿਆਨ ਹਮੇਸ਼ਾ ਤਾਂ ਵਾਪਸ ਆਣਾ ਦਾ, ਉਹ ਕੋਈ ਉੱਥੇ ਬੈਠਾ ਹੋਣਾ, ਕੋਈ ਉੱਥੇ ਬੈਠਾ ਹੋਣਾ, ਕੋਈ ਤੁਸੀਂ ਜਿਹੜਾ ਮਾਲਕ ਇੱਥੇ ਤੱਕ ਹੀ ਹੋਇਆ ਸਾਡਾ। ਪਰ ਅਨਵਰ ਨੇ ਮਗਰ ਇਹਨੂੰ ਇੱਕ ਦਿਨ ਪੁੱਛਿਆ ਕਿ ਤੂੰ ਨਹੀਂ ਥੱਕਦਾ, ਤੂੰ ਨਹੀਂ ਬਹਿੰਦਾ, ਬਾਕੀ ਬਹਿ ਜਾਂਦੇ ਆ। ਕਹਿੰਦਾ ਮਾਲਕੋ ਮੈਂ ਨਾ ਤੁਹਾਨੂੰ ਦੇਖ ਦੇਖ ਕੇ ਮਗਰ ਤੁਰਿਆ ਰਹਿੰਦਾ ਕਿ ਮਾਲਕ ਜਾ ਰਹੇ ਆ ਤਾਂ ਮੈਂ ਵੀ ਮਗਰ ਹੀ ਰਹਿਣਾ ਹੈ। ਕਹਿੰਦਾ ਮੈਂ ਹੁਣ ਦੇਖਦਾ ਹੀ ਨਹੀਂ ਕੁਛ ਵੀ, ਇਹ ਦੇਖਦਾ ਨਹੀਂ ਆਲੇ ਦੁਆਲੇ ਕੀ ਹੈ, ਬਸ ਮੇਰਾ ਧਿਆਨ ਤੁਹਾਡੇ ਤੇ ਹੁੰਦਾ, ਜੇ ਉਹ ਜਾ ਰਹੇ ਆ ਤਾਂ ਮੈਂ ਮਗਰ ਹੀ ਰਹਿਣਾ ਹੈ। ਹੁਣ ਇੱਕ ਟਾਰਗੇਟ ਰੱਖਦੇ ਆ ਨਾ ਅਸੀਂ, ਔਰ ਉਹ ਟਾਰਗੇਟ ਕਿੰਨਾ ਸੀ? 5 ਕਿਲੋਮੀਟਰ ਜਾਣਾ, ਕਿਉਂਕਿ ਅਸੀਂ ਇਹਨਾਂ ਨੂੰ ਡਿਊਟੀ ਲਾਈ ਸੀ ਮੋਟਰਸਾਈਕਲ ਦੇ ਡਿਸਟੈਂਸ ਨਾਪੋ ਕਿੰਨਾ ਹੈ, ਜਿੱਥੇ 5 ਕਿਲੋਮੀਟਰ ਹੁੰਦੇ ਨਿਸ਼ਾਨ ਲਾ ਦਿਓ। ਫਿਰ ਇਹਨਾਂ ਨਿਸ਼ਾਨ ਲਾਇਆ ਸੀ ਇੱਥੇ 5 ਕਿਲੋਮੀਟਰ, ਬਸ ਉੱਥੇ 5 ਕਿਲੋਮੀਟਰ ਜਾਣਾ, ਟੱਚ ਕਰਕੇ ਬਿਨਾਂ ਰੁਕੇ 5 ਕਿਲੋਮੀਟਰ ਵਾਪਸ, ਯਾਨੀ 10 ਕਿਲੋਮੀਟਰ ਲਗਾਤਾਰ ਬਿਨਾਂ ਰੁਕੇ ਵਾਪਸ ਆਣਾ ਜਾਣਾ। ਹੁਣ ਟਾਰਗੇਟ ਰੱਖਿਆ ਸੀ ਤਾਂ ਫਿਰ ਪਤਾ ਸੀ ਇੱਥੇ ਤੱਕ ਜਾਣਾ ਹੈ, ਤਾਂ ਜੇ ਟਾਰਗੇਟ ਹੀ ਅਸੀਂ 1 ਕਿਲੋਮੀਟਰ ਦਾ ਰੱਖਦੇ, ਟਾਰਗੇਟ ਹੀ 2.5 ਕਿਲੋਮੀਟਰ ਦਾ ਰੱਖਦੇ, ਫਿਰ ਕੀ ਹੋਣਾ ਸੀ? ਜਵਾਬ ਦੇ ਦਿਓ ਸਾਨੂੰ। ਫਿਰ ਉੱਥੇ ਤੱਕ ਹੀ ਜਾਣਾ ਸੀ ਅਸੀਂ। ਸੋ ਦੱਸਣਾ ਕੀ ਚਾਹੁੰਦੇ ਆ ਕਿ ਜ਼ਿੰਦਗੀ 'ਚ ਕਿਤੇ ਵੀ ਪਹੁੰਚਣ ਵਾਸਤੇ ਨਾ ਪਹਿਲਾਂ ਸਾਨੂੰ ਸੋਚ ਉੱਥੇ ਤੱਕ ਰੱਖਣੀ ਪੈਂਦੀ ਹੈ ਕਿ ਮੈਂ ਇੱਥੇ ਤੱਕ, ਕਿਉਂਕਿ ਜਿੱਥੇ ਤੱਕ ਅਸੀਂ ਜਾਣਾ ਹੈ ਨਾ ਤੁਹਾਡਾ ਮਨ ਅੰਦਰੋਂ ਉਹ ਹੋ ਜਾਂਦਾ ਹੈ ਕਿ ਹੁਣ ਉੱਥੇ ਜਾ ਕੇ ਹੀ ਮੈਂ ਰੁਕਣਾ ਹੈ। ਜਿੱਦਾਂ ਕਈ ਵਾਰ ਓਲੰਪਿਕ ਹੁੰਦੀ ਹੈ,
ਜਾਂ ਕਈ ਵਾਰ ਕੋਈ ਹੋਰ ਗੇਮਾਂ ਹੁੰਦੀਆਂ ਤੁਸੀਂ ਦੇਖਦੇ ਉੱਥੇ ਵੀ ਨਾ ਇੱਕ ਟਾਰਗੇਟ ਦਿੱਤਾ ਹੁੰਦਾ, ਭਾਈ ਇੱਥੇ ਤੱਕ ਕਰਨਾ, ਜਿਹੜਾ ਪਹੁੰਚ ਗਿਆ ਉਹ ਚੈਂਪੀਅਨ, ਔਰ ਜਿਹੜਾ ਸਭ ਤੋਂ ਪਹਿਲਾਂ ਪਹੁੰਚਿਆ ਉਹਨੂੰ 골ਡ ਮੈਡਲ, ਜਿਹੜਾ ਦੂਜੇ ਤੇ ਗਿਆ ਉਹਨੂੰ ਸਿਲਵਰ, ਜਿਹੜਾ ਤੀਜੇ ਤੇ ਗਿਆ ਉਹਨੂੰ ਕਾਂਸੇ। ਸਮਝਦੇ ਹੋ ਕਿ ਨਹੀਂ? ਹੁਣ ਦੱਸਣਾ ਕੀ ਚਾਹੁੰਦੇ ਅਸੀਂ ਕਿ ਜ਼ਿੰਦਗੀ ਵੀ ਸਾਡੇ ਵਾਸਤੇ ਉਹ 골ਡ ਮੈਡਲ ਲੈ ਕੇ ਬੈਠੀ ਹੈ, ਪਰ ਉਹ ਕਹਿੰਦੀ ਇੱਥੇ ਤੱਕ ਪਹੁੰਚ ਤਾਂ ਸਹੀ, ਜੇ ਰਸਤੇ 'ਚ ਹੀ ਹਾਰ ਮੰਨ ਕੇ ਬਹਿ ਗਿਆ ਤਾਂ ਫਿਰ ਕਦੀ ਤੈਨੂੰ ਇਹ ਮੈਡਲ ਮਿਲੇਗਾ ਹੀ ਨਹੀਂ। ਔਰ बहुत बार ऐसे ये देखा है कि इंसान अंदर परमात्मा ने बड़ी ताकत रखी हुई है, क्षमता रखी हुई है, पर इंसान कभी ਉਹਦਾ पूरा इस्तेमाल कर ही नहीं पाता। जिदा कबीर साहब ने भी बड़ी प्यारी गल कही है। कबीर साहब कहते भीतर का प्रभु जानियो नाही, बाहर खोजन जासी। भीतर का प्रभु जानियो नाही, ओ बाहर खोजन जासी। कहत कबीर सुनो भाई साधो, जो खोजे सो पासी। वो कहते तू भीतर बैठी शक्ति नूं तां जानिया ही नहीं, तू भीतर बैठिया अपनी क्षमतावां नूं तां पहचानिया ही नहीं। वो प्रभु, वो परमात्मा, वो परम शक्ति तेरे भीतर बैठी हुई है, पर तू किथे तुरिया? बाहर खोजन जासी। बाहर तुरिया कोई तीर्थां ते कोई किते किथे रब नूं पाण चले। और रब ऐदा तीर्थां ते नहीं मिलना, रब तां मुर्शद पीरा फकीरा गुरुआं कोल युक्ति लैके अपने अंदर ही मिलना है, क्योंकि वो अंदर बैठा है। ਉਹਦੇ ਵਾਸਤੇ ਸਾਨੂੰ ਆਪਣੇ ਅੰਦਰ ਤਲਾਸ਼ ਕਰਨ ਦੀ ਲੋੜ ਹੈ। ਉਹ ਜਦੋਂ ਰੱਬ ਦੀ ਗੱਲ ਆਉਂਦੀ ਹੈ ਨਾ ਤਾਂ ਫਿਰ ਅਸੀਂ ਕਹਾਂਗੇ ਬੰਦਾ ਸੋਚਦਾ ਸ਼ਾਇਦ ਕੋਈ ਇੱਕ ਨਾ ਕੋਈ ਸ਼ਖਸੀਅਤ ਬੈਠੀ ਹੋਣੀ ਹੈ, ਜਿਹਦਾ ਕੋਈ ਇਦਾਂ ਦਾ ਆਕਾਰ ਜਿਹਾ ਹੋਣਾ ਨਾ, ਜਿੱਦਾਂ ਬੰਦਾ ਆ ਕੋਈ ਰਾਜਾ ਹੈ ਜੀ ਜਾਂ ਮਹਾਰਾਜਾ ਹੈ, ਤਾਂ ਹੀ ਤਾਂ ਅਸੀਂ ਦੇਵੀ ਦੇਵਤਿਆਂ ਦੇ ਆਕਾਰ ਬਣਾਏ ਹੋਏ ਆ, ਬਣਾਏ ਕਿ ਨਹੀਂ? ਹੁਣ ਤੁਹਾਡੇ ਮੂਹਰੇ ਇੱਕ ਤਸਵੀਰ ਆ ਜਾਵੇ ਜਿੱਥੇ ਗਲ 'ਚ ਸੱਪ ਹੈ, ਹੱਥ 'ਚ ਤਰਸ਼ੂਲ ਹੈ, ਤੁਹਾਨੂੰ ਪਤਾ ਲੱਗ ਜਾਣਾ ਕਿਹਦੀ ਤਸਵੀਰ ਹੈ। ਸਮਝਦੇ ਹੋ ਕਿ ਨਹੀਂ? ਕਿਹਦੀ ਹੈ ਉਹ? ਕਿਉਂਕਿ ਇੱਕ ਇਮੇਜ ਬਣੀ ਹੋਈ ਹੈ ਸਾਡੇ ਅੰਦਰ कि आ तस्वीर। हुण बच्चा एक ड्राइंग भी बना देगा ना, बिंगिया टेढ़िया लकीरां, पर वो गल च सप पा देगा, हालांकि क्लीयर भी ना होवे। हाथी त्रिशूल दी ना शिव जी दी बनाने की कोशिश की है। तो इदां ही अगर चार मुंह होण, चार मुख और चार बाहां और इदां दी तस्वीर होवे, तुसीं कहना ब्रह्मा दी तस्वीर है भाई, क्योंकि ब्रह्मा दे ही चार मुख है। इदां विष्णु दी तस्वीर, लक्ष्मी दी तस्वीर, काली दी तस्वीर, क्योंकि इमेज बनी हुई है एक। इदां जदों रब दी गल आंदी तां बंदा सोचदा कि शायद रब भी, परमात्मा भगवान भी ने इदा होना, कोई इदा कुर्सी लगी होनी है, सिंघासन लगा होना, तो इदा रब उत्थे बैठा होना, ओदा इदा प्रकाश निकलता होना, इमेज। पर वो इमेज क्लीयर नहीं है क्योंकि किसी ने रब की तस्वीर। सो ऐसी ये कहना चाहांगे कि रब की कोई तस्वीर नहीं है, उन्होंने गुरुओं ने निरंकार किया है। वो तो साडे अंदर एक शक्ति है, क्योंकि शक्ति की कोई तस्वीर, तुहाडे अंदर पावर है, तुहाडा साहस है, तुहाडा विश्वास है, तुहाडा संकल्प है, तुहाडे अंदर जिहड़ी ताकत काम कर रही है, एनर्जी काम कर रही है, उसकी कोई तस्वीर नहीं है, पर वही परमात्मा है। ਉਹਨੂੰ ਸਮਝਣਾ ਹੈ ਸੀ। ਇਸ ਲਈ ਜਦੋਂ ਕਬੀਰ ਸਾਹਿਬ ਕਹਿੰਦੇ ਭੀਤਰ ਕਾ ਪ੍ਰਭ ਜਾਣਿਓ ਨਹੀਂ, ਬਾਹਰ ਖੋਜਣ ਜਾਸੀ, ਤਾਂ ਉਹ ਗੱਲ ਕਿਸੇ ਰੱਬ ਦੀ ਇਦਾਂ ਨਹੀਂ ਕਰਦੇ ਕਿ ਕੋਈ ਸ਼ਕਲ ਧਾਰੀ ਮਿਲ ਜਾਣਾ ਹੈ, ਜਿਹੜੀ ਅੰਦਰ ਮਿਲ ਜਾਣਾ ਤੈਨੂੰ, ਜਾਂ ਕੋਈ ਛਵੀ ਤੈਨੂੰ ਮਿਲ ਜਾਣੀ ਹੈ। ਉਹ ਕਹਿੰਦੇ ਤੇਰੇ ਅੰਦਰ ਹੀ ਸ਼ਕਤੀ ਹੈ, ਜੀਵਨ ਦੇਣ ਵਾਲੀ, ਜਨਮ ਦੇਣ ਵਾਲੀ। ਉਹ ਸ਼ਕਤੀ ਨੂੰ ਅਗਰ ਤੂੰ ਸਮਝ ਲਵੇਂ ਤਾਂ ਆਪਣੇ ਜੀਵਨ ਨੂੰ ਤੂੰ ਜਿੱਦਾਂ ਦਾ ਚਾਹਵੇਂ ਉਦਾਂ ਦਾ ਬਣਾ ਸਕਦਾ ਹੈ। ਪਰ ਉਹ ਗੱਲ ਸ਼ਕਤੀ ਨੂੰ ਸਮਝਣ ਦੀ ਹੈ, ਕਿਉਂਕਿ ਹਰ ਚੀਜ਼ ਨੂੰ ਬਣਾਉਣ ਵਾਲਾ ਕੌਣ ਹੈ? ਅਸੀਂ ਕਹਿੰਦੇ ਪਰਮਾਤਮਾ, ਉਹ ਪ੍ਰਭੂ, ਉਹ ਈਸ਼ਵਰ, ਉਹ ਮਾਲਿਕ, ਹਰ ਚੀਜ਼ ਨੂੰ ਬਣਾਉਣ ਵਾਲਾ। ਤਾਂ ਜੇ ਉਹਦੀ ਸ਼ਕਤੀ ਨੂੰ ਅੰਦਰ ਸਮਝ ਲਿਆ ਤਾਂ ਤੂੰ ਆਪਣੇ ਜੀਵਨ ਨੂੰ ਜੈਸਾ ਚਾਹਵੇਂ ਉਦਾਂ ਦਾ, ਤਾਂ ਫਿਰ ਤੇਰੇ ਅੰਦਰੋਂ ਕਦੀ ਇਹ ਗੱਲ ਆਣੀ ਨਹੀਂ ਕਿ ਮੈਂ ਨਹੀਂ ਕਰ ਸਕਦਾ ਜਾਂ ਮੇਰੇ ਤੋਂ ਨਹੀਂ ਹੋਣਾ। ਕਿਉਂਕਿ ਜਿਹੜੇ ਕਹਿੰਦੇ ਮੈਂ ਨਹੀਂ ਕਰ ਸਕਦਾ, ਮੇਰੇ ਤੋਂ ਨਹੀਂ ਹੋਣਾ, ਇਹ ਮੁਸ਼ਕਿਲ ਹੈ, ਇਹ ਮੈਨੂੰ ਕਾਮਯਾਬੀ ਨਹੀਂ ਮਿਲਣੀ, ਇਹਦਾ ਮਤਲਬ ਉਹਨਾਂ ਨੇ ਆਪਣੇ ਅੰਦਰ ਬੈਠੀ ਸ਼ਕਤੀ ਤੇ ਵਿਸ਼ਵਾਸ ਕੀਤਾ ਹੀ ਨਹੀਂ। ਉਹ ਆਪਣੇ ਆਪ ਨੂੰ ਪਹਿਲਾਂ ਹੀ ਕਮਜ਼ੋਰ ਸਮਝ ਕੇ ਬੈਠੇ। ਸਮਝਦੇ ਹੋ ਕਿ ਨਹੀਂ? ਇਸ ਲਈ ਅਸੀਂ ਇੱਕ ਲਾਈਨ ਕਹੀ ਦੀ ਹੈ कि जिंदगी में कभी मायूस मत होना, वजूद तेरा छोटा नहीं, और तू तो वो कर सकता है जो फरिश्तों ने भी सोचा नहीं। कहते रब दे फरिश्ते भी वो सोच नहीं सकते जो इंसान कर सकता है, देवी देवता भी वो नहीं कर सकते जो इंसान कर सकता है। क्योंकि परमात्मा ने, ताही तो गुरबाणी भी कहती है ना, जे देही को सिमर ही देव, वो देवता भी तरसदे है, क्योंकि पता सब तो ज्यादा शक्ति इंसानी जामे विच है। ਹੁਣ ਇੱਥੇ ਇੱਕ ਸਵਾਲ ਦਾ ਜਵਾਬ ਦਿਓ। ਹੁਣ ਸ਼ਾਸਤਰਾਂ ਦੇ ਮੁਤਾਬਿਕ, ਗ੍ਰੰਥਾਂ ਦੇ ਮੁਤਾਬਿਕ ਰਾਮ ਕਿਹਦੇ ਅਵਤਾਰ ਮੰਨੇ ਗਏ ਆ? ਵਿਸ਼ਨੂੰ ਦੇ। ਔਰ ਕ੍ਰਿਸ਼ਨ ਕਿਹਦੇ ਅਵਤਾਰ ਮੰਨੇ ਗਏ ਆ? ਵਿਸ਼ਨੂੰ ਦੇ। ਸਮਝਦੇ ਹੋ ਕਿ ਨਹੀਂ? ਕਹਿੰਦੇ ਵਿਸ਼ਨੂੰ ਨੇ ਅਵਤਾਰ ਲਏ, ਤਾਂ ਹੁਣ ਵਿਸ਼ਨੂੰ ਕੀ ਸੀ? ਦੇਵਤਾ। ਹੁਣ ਵਿਸ਼ਨੂੰ ਦੇਵਤਾ ਸੀ ਤਾਂ ਉਹਨੂੰ ਰਾਮ ਦੇ ਅਵਤਾਰ ਚਾਣ ਦੀ ਕੀ ਲੋੜ ਸੀ? ਇਹਦਾ ਮਤਲਬ ਮਨੁੱਖਾ ਜਨਮ ਕੋਈ ਵੈਲਿਊਏਬਲ ਹੈ, कीमती है। सिर्फ दसना चाहते हैं ਅਸੀਂ। ਹੁਣ ਇੱਥੇ ਇਹ ਵੀ ਗੱਲ ਕਹਿਣੀ ਚਾਹਾਂਗੇ
ਕਿ ਜਦੋਂ ਅਸੀਂ ਕਹਿ ਦਿੰਦੇ ਨਾ ਕਿ ਰਾਮ ਵਿਸ਼ਨੂੰ ਦੇ ਅਵਤਾਰ ਜਾਂ ਕ੍ਰਿਸ਼ਨ ਵਿਸ਼ਨੂੰ ਦੇ ਅਵਤਾਰ, ਤੇ ਅਸੀਂ ਉਹਨਾਂ ਨੂੰ ਛੋਟਾ ਕਰ ਦਿੰਦੇ ਹਾਂ। ਸਮਝਦੇ ਹੋ ਕਿ ਨਹੀਂ? ਕਿੱਦਾਂ ਛੋਟਾ ਕਰ ਦਿੰਦੇ ਆ? ਕਿਉਂਕਿ ਵਿਸ਼ਨੂੰ ਹੋ ਗਏ, ਬ੍ਰਹਮਾ ਹੋ ਗਏ, ਇਹਨਾਂ ਦੀ ਇੱਕ ਹੱਦ ਹੈ, ਪਰ ਭਗਵਾਨ ਦੀ ਕੋਈ ਹੱਦ ਨਹੀਂ ਹੈ। ਉਹ ਪੈਦਾ ਤਾਂ ਇਨਸਾਨ ਦੇ ਰੂਪ ਚ ਹੋਏ ਸੀ, ਬੋਲੋ ਸਮਝਦੇ ਹੋ ਕਿ ਨਹੀਂ? ਪਰ ਦੁਨੀਆ ਤੇ ਜਾਣ ਤੋਂ ਪਹਿਲਾਂ ਉਹਨਾਂ ਨੇ ਕਰਮ ਇਦਾਂ ਦੇ ਕੀਤੇ, ਕਰਨੀ ਇਦਾਂ ਦੀ ਕੀਤੀ ਕਿ ਕਰਨੀ ਕਰਕੇ ਭਗਵਾਨ ਹੋ ਕੇ ਦੁਨੀਆ ਤੋਂ ਗਏ, ਪਰਮਾਤਮਾ ਨੂੰ ਪਾ ਕੇ ਦੁਨੀਆ ਤੋਂ ਗਏ। ਔਰ ਇਹ ਰੁਤਬਾ ਵਿਸ਼ਨੂੰ ਬ੍ਰਹਮਾ ਮਹੇਸ਼ ਤੋਂ ਵੀ ਬਹੁਤ ਉੱਪਰ ਹੈ। ਇਹ ਗੱਲ ਯਾਦ ਰੱਖਣਾ ਸਾਰਿਆਂ ਨੇ। ਇਸ ਲਈ ਭਗਵਾਨ ਪਰਮਾਤਮਾ ਪ੍ਰਭੂ ਉਹ ਸਟੇਜ ਹੀ ਬੜੀ ਉੱਚੀ ਹੈ। ਜਿੱਦਾਂ ਕਹਿੰਦੇ ਨੇ ਇੱਕ ਵਾਰ ਵਿਸ਼ਨੂੰ ਬ੍ਰਹਮਾ ਮਹੇਸ਼, ਇਹਨਾਂ ਦੀ ਇੱਕ ਕਹਾਣੀ ਹੈ, ਛੋਟੀ ਜਿਹੀ ਸ਼ਾਸਤਰਾਂ ਦੇ ਅੰਦਰ ਆਉਂਦੀ ਹੈ ਕਿ ਤਿੰਨਾਂ ਨੂੰ ਨਾ ਇੱਕ ਦਿਨ ਹੋ ਗਿਆ, ਲੈ ਬ੍ਰਹਮਾ ਕਹਿੰਦਾ ਜਨਮ ਮੈਂ ਦਿੰਦਾ ਆ, ਵਿਸ਼ਨੂੰ ਕਹਿੰਦਾ ਪਾਲਦਾ ਮੈਂ ਆ, ਸ਼ਿਵ ਜੀ ਕਹਿੰਦਾ ਮੌਤ ਮੈਂ ਦਿੰਦਾ ਆ, ਯਾਨੀ ਅੰਤ ਮੈਂ ਕਰਦਾ ਆ। ਇਸ ਕਰਕੇ ਜੇ ਅਸੀਂ ਤਿੰਨੇ ਨਾ ਹੋਈਏ ਤਾਂ ਇਹ ਭਗਵਾਨ ਦੀ ਤਾਂ ਸ੍ਰਿਸ਼ਟੀ ਨਾ ਚਲੇ, ਕਿਉਂਕਿ ਸਾਡੇ ਨਾਲ ਇਹ ਸਭ ਕੁਝ ਚੱਲ ਰਿਹਾ ਹੈ। ਇਹ ਤਿੰਨਾਂ ਨੇ ਇੱਕ ਦਿਨ ਫੈਸਲਾ ਕੀਤਾ ਕਿ ਭਗਵਾਨ ਨੂੰ ਜਾ ਕੇ ਨਾ, ਯਾਨੀ ਉਹ ਸ਼ਕਤੀ ਪਰਮਾਤਮਾ, ਉਹ ਭਗਵਾਨ, ਉਹਨੂੰ ਜਾ ਕੇ ਇੱਕ ਦਿਨ ਕਹੀਏ ਕਿ ਇਹ ਪਰਮਾਤਮਾ, ਇਹ ਤੇਰੀ ਦੁਨੀਆ ਨੂੰ ਅਸੀਂ ਚਲਾ ਰਹੇ ਹਾਂ, ਯਾਨੀ ਇੱਕ ਜਨਮ ਦੇ ਰਿਹਾ ਹੈ, ਇੱਕ ਪਾਲ ਰਿਹਾ ਹੈ, ਰਿਜ਼ਕ ਦੇ ਰਿਹਾ ਹੈ, ਇੱਕ ਕਹਿੰਦਾ ਮੈਂ ਮੌਤ ਦਾ ਦੇਵਤਾ, ਮੈਂ ਮੌਤ ਦੇ ਰਿਹਾ ਹਾਂ। ਇਸ ਲਈ ਜੇ ਅਸੀਂ ਨਾ ਹੋਵਾਂਗੇ ਤਾਂ ਪਰਮਾਤਮਾ ਸਿਸਟਮ ਸਾਰਾ ਬੰਦ ਹੋ ਜਾਣਾ, ਠੱਪ ਹੋ ਜਾਣਾ ਹੈ। ਜਿੱਦਾਂ ਕੋਈ ਗੱਡੀ ਚਲਾਉਣ ਡਰਾਈਵਰ ਕਹੇ ਮੈਂ ਨਾ ਗੱਡੀ ਚਲਾਵਾਂ ਤਾਂ ਗੱਡੀ ਚੱਲਣੀ ਨਹੀਂ ਹੈ। ਇਹਨੇ ਤਿੰਨਾਂ ਨੇ ਕਿਹਾ ਨਾ, ਹੰਕਾਰ ਜਿਹਾ ਆ ਗਿਆ ਤਿੰਨਾਂ ਦੇ ਮਨ 'ਚ, ਕਹਿੰਦੇ ਜਾ ਕੇ ਪਰਮਾਤਮਾ ਨੂੰ ਕਹਿੰਦੇ ਕਿ ਅਸੀਂ ਚਲਾ ਰਹੇ ਹਾਂ ਸਭ ਕੁਝ, ਇਹ ਭਗਵਾਨ ਹੈ ਪਰਮਾਤਮਾ, ਇਹ ਸਾਡੀ ਵਜ੍ਹਾ ਨਾਲ ਹੋ ਰਿਹਾ, ਜੇ ਅਸੀਂ ਨਾ ਹੋਈਏ ਤਾਂ ਸਿਸਟਮ ਇਹ ਦੁਨੀਆ ਦਾ ਖਤਮ ਹੋ ਜਾਵੇ, ਪੂਰੀ ਦੁਨੀਆ ਰੁਕ ਜਾਵੇ। ਹੁਣ ਜਦੋਂ ਹੰਕਾਰ ਆਉਂਦਾ ਹੈ ਤਾਂ ਪਰਮਾਤਮਾ ਨੂੰ ਖਬਰ ਪਹਿਲੀ ਹੋ ਜਾਂਦੀ ਹੈ। ਕਹਿੰਦੇ ਤਿੰਨੇ ਹੀ ਭਗਵਾਨ ਦੇ ਦਰ ਤੇ ਪਹੁੰਚੇ। ਜਦੋਂ ਭਗਵਾਨ ਦੇ ਦਰ ਤੇ ਜਾ ਰਹੇ ਹੈ ਕਿ ਅਗਰ ਅਸੀਂ ਰਿਜ਼ਾਈਨ ਕਰ ਦਈਏ, ਅਗਰ ਅਸੀਂ ਇਹ ਅਹੁਦਾ ਛੱਡ ਦਈਏ ਤਾਂ ਸਿਸਟਮ ਸਾਰਾ, ਜਿੱਦਾਂ ਬੰਦਾ ਕਹਿੰਦਾ ਨਾ ਮੈਂ ਕੰਪਨੀ ਨੂੰ ਅਸਤੀਫਾ ਦੇ ਦੇਵਾਂ ਤਾਂ ਕੰਪਨੀ ਬੰਦ ਹੋ ਜਾਣੀ ਹੈ, ਕਿ ਫਿਰ ਤਾਂ ਦੁਨੀਆ ਬੰਦ ਹੋ ਜਾਏਗੀ। ਹੁਣ ਕਹਿੰਦੇ ਜਦੋਂ ਇਹ ਮਨ 'ਚ ਸੋਚ ਹੈ ਕਿ ਚਲੋ ਭਗਵਾਨ ਨਾਲ ਜਾ ਕੇ ਗੱਲ ਕਰਦੇ ਹਾਂ ਕਿ ਰੱਬਾ ਸਭ ਕੁਝ ਸਾਡੇ ਨਾਲ ਹੀ ਚੱਲ ਰਿਹਾ ਹੈ, ਅਗਰ ਅਸੀਂ ਅਸਤੀਫਾ ਦੇ ਦਈਏ, ਨੌਕਰੀ ਛੱਡ ਦਈਏ ਤਾਂ ਫਿਰ ਤਾਂ ਸਭ ਠੱਪ ਹੋ ਜਾਏਗਾ। ਹਾਲੇ ਸੋਚ ਕੇ ਜਾ ਰਹੇ ਸੀ। ਜਦੋਂ ਜਾ ਰਹੇ ਸੀ ਭਗਵਾਨ ਦੇ ਦਰ ਤੇ ਪਹੁੰਚੇ ਤਾਂ ਕੀ ਦੇਖਿਆ, ਬੜੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ, ਬੜੀਆਂ ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹੈ। ਉਹ ਲਾਈਨਾਂ ਕਾਹਦੀਆਂ ਹੈ? ਕਿੰਨੇ ਬ੍ਰਹਮਾ ਤੁਰੇ ਆ ਰਹੇ ਹੈ, ਕਿੰਨੇ ਵਿਸ਼ਨੂੰ ਤੁਰੇ ਆ ਰਹੇ ਹੈ, ਕਿੰਨੇ ਸ਼ਿਵਜੀ ਤੁਰੇ ਆ ਰਹੇ। ਉਹ ਹੈਰਾਨ ਰਹਿ ਗਏ ਹੈ, ਉਹ ਕਿੱਥੋਂ ਆ ਗਏ? ਲੱਖਾਂ ਦੇ ਹਿਸਾਬ ਨਾਲ ਗਿਣਤੀ ਬੜੀ ਹੈ, ਕਿਉਂਕਿ ਤਿੰਨੇ ਇਦਾਂ ਤੁਰੇ ਹੋਏ, ਲੰਬੀਆਂ ਲਾਈਨਾਂ, ਜਾਣ ਦਾ ਮੈਨੂੰ ਮੌਕਾ ਹੀ ਨਾ ਮਿਲੇ। ਨਹੀਂ ਇਹ ਕਿੱਥੋਂ ਇੰਨੀਆਂ ਲੰਬੀਆਂ ਲਾਈਨਾਂ ਆ ਰਹੀਆਂ ਹੈ? ਕਿੰਨੇ ਬ੍ਰਹਮਾ, ਕਿੰਨੇ ਵਿਸ਼ਨੂੰ, ਕਿੰਨੇ ਮਹੇਸ਼ ਤੁਰੇ ਹੋਏ ਹੈ। ਹੈਰਾਨ ਰਹਿ ਕੇ ਅੰਦਰ ਜਾਣ ਦੀ ਬਾਰੀ ਨਹੀਂ ਆ ਰਹੀ। ਆਖਰ ਬੜੀ ਮੁਸ਼ਕਿਲ ਨਾ, ਬੜੀ ਮੁਸ਼ਕਿਲ ਅੰਦਰ ਪਹੁੰਚੇ, ਭੀੜ 'ਚ ਫਸ ਕੇ, ਜਿੱਦਾਂ ਬੰਦਾ ਕਹਿੰਦਾ ਹੈ। ਜਾ ਕੇ ਅੰਦਰ ਪਹੁੰਚੇ ਤਾਂ ਭਗਵਾਨ, ਉਹ ਪ੍ਰਕਾਸ਼, ਉਹ ਨੂਰ ਬੈਠਾ ਸਾਹਮਣੇ। ਕਹਿੰਦੇ ਆਓ ਵੇ ਤ੍ਰਿਦੇਵ, ਆ ਗਏ, ਆ ਗਏ, ਜਲਦੀ ਕਰੋ ਭਾਈ, ਅਸਤੀਫਾ ਦਿਓ, ਉੱਥੇ ਸਾਈਨ ਕਰੋ, ਆਪਣੇ ਹਸਤਾਖਰ ਕਰੋ, ਕਿਉਂਕਿ ਤੁਸੀਂ ਕਹਿੰਦੇ ਸੀ ਨਾ ਜੇ ਅਸੀਂ ਅਸਤੀਫਾ ਦੇ ਦਈਏ, ਕੰਮ ਛੱਡ ਦਈਏ ਤਾਂ ਦੁਨੀਆ ਠੱਪ ਹੋ ਜਾਣੀ, ਜਲਦੀ ਕਰੋ ਜੋ ਕਰਨਾ ਹੈ। ਕਿਉਂਕਿ ਇੱਥੇ ਦੇਖੋ ਕਿੰਨੀਆਂ ਲੰਬੀਆਂ ਲਾਈਨਾਂ ਲੱਗੀਆਂ ਨਵੇਂ ਖੜੇ ਹੋਣ ਵਾਸਤੇ, ਕਿ ਮਹਾਰਾਜ ਇਹਨਾਂ ਨੂੰ ਕੱਢੋ ਨਾ, ਸਾਨੂੰ ਰੱਖੋ। ਤੁਸੀਂ ਕੀ ਸੋਚਦੇ ਤੁਹਾਡੇ ਨਾਲ ਮੇਰੀ ਇਹ ਦੁਨੀਆ ਚੱਲ ਰਹੀ ਹੈ? ਤੁਹਾਡੇ ਵਰਗੇ ਲੱਖਾਂ ਹੀ, ਤਾਂ ਹੀ ਕਹਿੰਦੇ ਲੱਖਾਂ ਬ੍ਰਹਮਾ, ਲੱਖਾਂ ਇੰਦਰ, ਲੱਖਾਂ ਗੋਪੀ ਤੇ ਗੋਬਿੰਦ। ਇਹ ਗੁਰੂਆਂ ਦੇ ਵਚਨ ਨੇ ਕਿ ਉੱਥੇ ਲੱਖਾਂ ਹੀ ਬ੍ਰਹਮਾ, ਲੱਖਾਂ ਹੀ ਇੰਦਰ ਉਹਦੇ ਦਰ ਦੇ ਉੱਪਰ ਖੜੇ ਹੋਏ ਆ। ਮਾਣ ਨਹੀਂ ਹੋਣਾ ਚਾਹੀਦਾ, ਹੰਕਾਰ ਨਹੀਂ ਹੋਣਾ। ਮੇਰੇ ਨਾਲ ਸਿਸਟਮ ਚੱਲ ਰਿਹਾ, ਉਹ ਤੇਰੇ ਨਾਲ ਨਹੀਂ। ਤੂੰ ਛੱਡੇਗਾ ਤਾਂ ਹਜ਼ਾਰਾਂ ਹੋਰ ਤਿਆਰ ਪਹਿਲੀ ਖੜੇ ਆ ਕਿ ਮੈਂ ਸਾਨੂੰ ਮੌਕਾ ਮਿਲੇ। ਹੁਣ ਬੰਦਾ ਕਹੇ ਮਾਲਕਾਂ ਦੀ ਗੱਡੀ ਮੇਰੇ ਕਰਕੇ ਚੱਲਦੀ ਹੈ, ਸਮਝਦੇ ਹੋ? ਉਦਾਹਰਨ ਦੇ ਰਹੇ ਹਾਂ ਨਾ, ਸੋਚੋ ਸਾਡਾ ਡਰਾਈਵਰ ਏਦਾਂ ਕਹਿੰਦਾ ਹੈ, ਮਿਸਾਲ ਦੇ ਰਹੇ ਹਾਂ ਅਸੀਂ ਸਿਰਫ ਕਿ ਮਾਲਕਾਂ ਦੀ ਗੱਡੀ, ਮੈਂ ਡਰਾਈਵਰ, ਮੇਰੇ ਕਰਕੇ ਚੱਲਦੀ ਹੈ। ਭਾਈ ਤੂੰ ਛੱਡ, ਇੱਥੇ ਹਜ਼ਾਰਾਂ ਖੜੇ ਆ ਕਿ ਸਾਨੂੰ ਮੌਕਾ ਮਿਲੇ ਗੱਡੀ ਚਲਾਉਣ ਦਾ, ਸਾਨੂੰ ਮੌਕਾ ਮਿਲੇ ਮਾਲਕਾਂ ਦੇ ਨਾਲ ਬੈਠਣ ਦਾ। ਯਾਨੀ ਦੱਸਣਾ ਕੀ ਚਾਹੁੰਦੇ ਆ ਕਿ ਕਦੀ ਵੀ ਕਿਸੇ ਚੀਜ਼ ਦਾ ਹੰਕਾਰ ਅੰਦਰ, ਕਿਉਂਕਿ ਉਹ ਪਰਮ ਸ਼ਕਤੀਸ਼ਾਲੀ ਪਰਮਾਤਮਾ ਹੈ, ਉਹ ਪ੍ਰਭੂ ਹੈ, ਔਰ ਉਹ ਬੈਠਾ ਕਿੱਥੇ ਹੈ? ਇਨਸਾਨ ਦੇ। ਤਾਂ ਫਿਰ ਇਨਸਾਨ ਦੇਖੋ ਕਿੰਨਾ ਸ਼ਕਤੀਸ਼ਾਲੀ ਹੋਇਆ। ਕਹਿੰਦੇ ਉਸ ਵੇਲੇ ਉਹਨਾਂ ਦੇ ਹੰਕਾਰ ਟੁੱਟ ਗਿਆ ਤੇ ਤ੍ਰਿਦੇਵ ਦਾ, ਕਿਉਂਕਿ ਪਰਮਾਤਮਾ ਨੇ ਕਿਹਾ ਜੋ ਕਰਨਾ ਜਲਦੀ ਕਰੋ। ਆ ਲਾਈਨਾਂ ਬਹੁਤ ਲੰਬੀਆਂ ਲੱਗੀਆਂ, ਕਿਉਂਕਿ ਇਹਨਾਂ ਨੂੰ ਪਤਾ ਲੱਗ ਗਿਆ ਕਿ ਤੁਸੀਂ ਨੌਕਰੀ ਛੱਡਣਾ ਚਾਹੁੰਦੇ ਹੋ, ਇਸ ਲਈ ਪਹਿਲੇ ਹੀ ਆ ਗਏ ਕਿ ਇਹ ਛੱਡਣ ਦਾ ਪਤਾ ਨਹੀਂ ਰੱਬ ਨੇ ਸਾਡੇ ਜੋ ਕਿਹਨੂੰ ਮੌਕਾ ਦੇ ਦੇਣਾ ਹੈ।
ਉਹਨੇ ਹੱਥ ਜੋੜੇ, ਮਾਫੀ ਮੰਗੀ, ਕਹਿੰਦੇ हे ਪ੍ਰਮਾਤਮਾ ਹੁਣ ਇਸੇ ਉਹਦੇ 'ਚ ਰਹਿਣ ਦੇ, ਕਿਤੇ ਇਹ ਨਾ ਵੀ ਅਸੀਂ ਗਵਾਈਏ ਤਾਂ ਕੋਈ ਹੋਰ ਲੈ ਜਾਵੇ। ਭੁੱਲ ਦਾ ਅਹਿਸਾਸ ਹੋਇਆ, ਮਾਫੀ ਮੰਗੀ ਤਾਂ ਫਿਰ ਦੁਬਾਰਾ ਜਾ ਕੇ ਕੰਮ ਤੇ ਲੱਗੇ, ਪਰ ਦੁਬਾਰਾ ਹੰਕਾਰ ਨਹੀਂ ਕੀਤਾ ਉਹਨਾਂ ਨੇ, ਕਿਉਂਕਿ ਪਤਾ ਸਾਡੇ ਵਰਗੇ ਲੱਖਾਂ ਅੱਗੇ ਤਿਆਰ, ਇਹ ਰੱਬ ਦਾ ਘਰ ਹੈ, ਪ੍ਰਮਾਤਮਾ ਦਾ ਘਰ ਹੈ, ਉਹ ਪਰਮ ਸ਼ਕਤੀਸ਼ਾਲੀ ਪ੍ਰਮਾਤਮਾ। ਤਾਂ ਹੀ ਤਾਂ ਅੱਜ ਸਾਇੰਸ ਵੀ ਕਹਿੰਦੀ ਹੈ ਕਿ ਆ ਨਾ ਸੋਚ ਇੱਕੋ ਹੀ ਸੂਰਜ, ਏਦਾਂ ਦੇ ਲੱਖਾਂ ਹੀ ਸੂਰਜ। ਉਹ ਕਹਿੰਦੇ ਪਹਿਲਾਂ ਇਹ ਆਕਾਸ਼ ਗੰਗਾਵਾਂ ਹੀ ਅਰਬਾਂ ਖਰਬ ਹੈ ਜਿਹਦੀ ਕੋਈ ਗਿਣਤੀ, ਔਰ ਇਹ ਆਕਾਸ਼ ਗੰਗਾ ਅੰਦਰ ਪਤਾ ਨਹੀਂ ਕਿੰਨੇ ਕੁ ਸੂਰਜ ਹੈ, ਸਮਝਦੇ ਹੋ ਕਿ ਨਹੀਂ। ਇਸ ਕਰਕੇ ਅਗਰ ਤੁਸੀਂ ਕਦੇ ਨਾ ਵੀਡੀਓ ਦੇਖੋ ਤਾਂ ਪਤਾ ਲੱਗਦਾ ਕਿ ਇਹ ਸੂਰਜ ਦੇ ਸਾਹਮਣੇ ਸਾਡੀ ਧਰਤੀ ਕਿੰਨੀ ਕੁ ਹੈ, ਔਰ ਫਿਰ ਅੱਗੇ ਜਾ ਕੇ ਇਹ ਸੂਰਜ ਜੋ ਐਡਾ ਵੱਡਾ ਹੈ, ਉਹ ਤੋਂ ਹੀ ਬੜੇ ਬੜੇ ਸੂਰਜ ਹੈ, ਉਹਨਾਂ ਸਾਹਮਣੇ ਇੰਨਾ ਕੁ ਰਾਈ ਦੇ ਦਾਣੇ ਬਰਾਬਰ ਨਜ਼ਰ ਹੀ ਨਹੀਂ ਆਉਂਦਾ। ਯਾਨੀ ਕੁਦਰਤ ਨੇ ਇੰਨਾ ਕੁਝ ਰੱਖਿਆ ਹੋਇਆ ਹੈ, ਪਰ ਇਨਸਾਨ ਹੈ ਕਿ ਕੁਦਰਤ ਨੂੰ ਸਮਝਣ ਦੀ ਬਜਾਏ, ਉਹ ਸ਼ਕਤੀ ਨੂੰ ਸਮਝਣ ਦੀ ਬਜਾਏ ਕੀ ਕਰਦਾ ਹੈ, ਉਹ ਸ਼ਕਤੀ ਨੂੰ ਵੀ ਛੋਟਾ ਕਰ ਲੈਂਦਾ ਹੈ ਤਾਂ ਆਪਣੀ ਜ਼ਿੰਦਗੀ ਨੂੰ ਵੀ ਛੋਟਾ ਕਰ ਲੈਂਦਾ ਹੈ। ਹਾਲਾਂਕਿ ਸੋਚਣਾ ਚਾਹੀਦਾ ਹੈ ਕਿ ਜਿਹੜਾ ਐਡਾ ਵੱਡਾ ਪਰਮਾਤਮਾ ਸ਼ਕਤੀਸ਼ਾਲੀ ਹੈ, ਜੇ ਉਹਨਾਂ ਮੈਨੂੰ ਜ਼ਿੰਦਗੀ ਦਿੱਤੀ ਹੈ ਤਾਂ ਮੈਂ ਛੋਟਾ ਨਹੀਂ ਹਾਂ, ਕਈ ਗੁਣ ਹੈ, ਕਈ ਖੂਬੀਆਂ ਮੇਰੇ ਅੰਦਰ। ਇਸ ਲਈ ਜ਼ਿੰਦਗੀ में ਇਹੀ ਕਹਿੰਦੇ ਨਾ कि कभी मायूस नहीं होना चाहिए सानू, जिंदगी में कभी मायूस मत होना, क्योंकि वजूद तेरा छोटा नहीं, तुम छोटे नहीं हो कि मायूस होके बह जाओ, समझते हो कि नहीं। अगर देखा जाए बंदा कहे कीड़ी निक्की जी है तो कीड़ी भी छोटी नहीं है, वो कीड़ी अंदर भी बड़े गुण है, जरा समझ लेना सारिया ने। क्योंकि कीड़ी भी अज कहा जाता ना कि रिसर्च करो कि सब तो शक्तिशाली कौन है, हाथी या कीड़ी, तो बंदे ने कहना हाथी शक्तिशाली है, कीड़ी की है। पर अगर कहते देखा जाए ना तो कीड़ी अपने वजन तो 70 गुना ज्यादा वजन चक सकती है, पर हाथी नहीं चक सकता। इसलिए अगर उसकी कैपेसिटी के हिसाब से देखा जाए तो कीड़ी हाथी तो ज्यादा शक्तिशाली है। पर सानू नजर क्यों आती है, ये कहते निक्की जी मसल दी है, हुण वो इदां नहीं, तुहाडे वास्ते छोटी है, पर अपने हिसाब नाल, अपने वजन के हिसाब नाल 70 गुना ज्यादा वजन चक सकती है। इसका मतलब उसकी शक्ति अपने शरीर के हिसाब नाल बहुत। तो जे हाथी का वजन फर्ज करो 2 क्वांटल है तो हाथी 3 क्वांटल वजन भी नहीं चक सकता, समझते हो कि नहीं। 4 क्वांटल भी नहीं चक सकता, दुगना भी नहीं चक सकता, पर कीड़ी 70 गुना। 70 गुना मतलब तुम समझते हो कि नहीं, जिदा कह लो 7 नूं गुणा कर लो 70 नाल तो कितना बन जाएगा, या 5 नूं गुणा कर लो 70 नाल, इन्ने गुना ज्यादा वजन चक लैंदी है। सो छोटी जी कीड़ी के अंदर भी परमात्मा ने इन्नी शक्ति, तां ही तो असीं कई बार दसी कि कीड़ी भी जलते आ जाए तो हाथी नूं खत्म कर दिंदी है, सुनिए कि नहीं। ये कीड़ी हाथी के सोंडे चली जाए ना दंदी बड़े तो कहते हाथी मर जाता है। एडी वड्डी ताकत है उस छोटी कीट के अंदर, कीड़ी के अंदर, तो फिर तुहाडे अंदर कितनी शक्तियां रखियां होणगियां परमात्मा ने। इसलिए कभी भी अपने आप को छोटा ना समझो, कभी मायूस ना होवो। सब तो बड़ी हैरानी तो उदों होंदी जदों माड़ियां तकलीफां दुख मुसीबतां आंदी, तो बंदा मत्थे हत्थ की बनू मेरा, की हो मेरा, दुख बड़े आ गए, परेशानियां बड़ियां आ गई, आ काम इदां हो गया, आ फलाना इदां हो गया, इन्ना मायूस हो गया। तू अपनी शक्ति पर विश्वास रख, अपने अंदर यकीन रख, क्योंकि सब तो बड़ी गल है मुश्किलों चों उही निकलदा है जिहदे अंदर विश्वास है, समझदे हो कि नहीं। इसलिए तो कई बार असीं दसीदा है कि कोई भी मुश्किल, कोई भी कठिनाई इंसान नूं हरा नहीं सकती, कोई भी मुश्किल, कोई भी कठिनाई इंसान नूं हरा नहीं सकती। हार उदों इंसान दी हुंदी है जदों नूं अपने आप ते विश्वास ना होवे। विश्वास ना होवे दा मतलब कि कोई भी कठिनाई सानू हरा नहीं सकती अगर सानू विश्वास है कि मैं इस चों निकल सकदा हां, मैं इस मुश्किल नूं हरा सकदा हां, मैं इस बीमारी नूं हरा सकदा हां। तो कोई बीमारी, कोई मुश्किल सानू, पर जदों असीं नहीं जी, और हुंदा की है कि दूजियां दी गल्लां, ਉਹ ਤਾਂ ਚੀਜ਼ ਬੜੀ ਖਤਰਨਾਕ ਹੈ, ਆ ਕੰਮ ਹੀ ਬੜਾ ਔਖਾ ਹੈ, ਉਹਨਾਂ ਦੀ ਗੱਲਾਂ ਸੁਣ ਸੁਣ ਕੇ ਅਸੀਂ ਆਪਣੀ ਮਾਈਂਡ ਤੇ ਕੀ ਕਰਦੇ, ਬੇਵਿਸ਼ਵਾਸੀ, ਮੇਰੇ ਤੋਂ ਨਹੀਂ ਹੋਣਾ, ਮੈਂ ਨਹੀਂ ਕਰ ਸਕਦਾ, ਕਿਉਂਕਿ ਇਹ ਚੀਜ਼ ਬਹੁਤ ਔਖੀ ਹੈ, ਕੰਮ ਬੜਾ ਮੁਸ਼ਕਿਲ ਹੈ। ਤਾਂ ਹੁਣ ਉਹ ਮੁਸ਼ਕਿਲ ਨਹੀਂ ਹੈ, ਪਰ ਤੁਹਾਡੀ ਸੋਚ ਨੇ ਉਹਨੂੰ ਮੁਸ਼ਕਿਲ। ਇਸ ਲਈ ਮਾਯੂਸ ਨਾ ਕਦੀ ਜ਼ਿੰਦਗੀ 'ਚ ਹੋਵੋ, ਜਿੰਨੀਆਂ ਮਰਜ਼ੀ ਮੁਸ਼ਕਿਲਾਂ ਹੋਣ, ਇਹ ਵਿਸ਼ਵਾਸ ਰੱਖੋ। ਕੀ ਵਿਸ਼ਵਾਸ ਰੱਖਣਾ ਹੈ, ਇਹ ਯਕੀਨ ਰੱਖੋ कि हर मुश्किल चो कढ़ने वाला मेरा मालिक मेरे, मैनू अपने मालिक पे पूरा। इसलिए जिंदगी में कभी मायूस मत होना, वजूद तेरा छोटा नहीं, तू वो कर सकता है जो फरिश्तों ने भी सोचा नहीं। कहते फरिश्ते जो सोच नहीं सकते तू वो कर सकता है। फरिश्ते यानी वो देवदूत,
ਬੰਦਾ ਕਹਿੰਦਾ ਨਾ ਉਹ ਦੇਵਤਾ ਇਦਾਂ, ਉਹ ਕਹਿੰਦੇ ਉਹ ਵੀ ਨਹੀਂ ਉਹ ਕਰ ਸਕਦੇ ਜੋ ਤੂੰ ਕਰ ਸਕਦਾ ਹੈ। ਪਰ ਉਹਦੇ ਵਾਸਤੇ ਤੈਨੂੰ ਪਹਿਲਾਂ ਆਪਣੇ ਆਪ ਤੇ ਬਲੀਵ ਕਰਨਾ ਪੈਣਾ, ਵਿਸ਼ਵਾਸ ਕਰਨਾ ਪੈਣਾ ਹੈ। ਔਰ ਜਿੱਦਾਂ ਦੱਸੀਦਾ ਹੈ ਕਿ ਇਹ ਯਕੀਨ ਕਿ ਮੈਨੂੰ ਆਪਣੇ ਮਾਲਿਕ ਤੇ ਪੂਰਾ ਸਮਝਦੇ ਹੋ ਕਿ ਨਹੀਂ, ਇਹ ਵਿਸ਼ਵਾਸ ਅੰਦਰ ਜਿਹਦੇ ਹੁੰਦਾ ਹੈ ਫੇਰ ਹੀ ਉਹਦੇ ਜੀਵਨ 'ਚ ਬਦਲਾਅ ਵੀ ਆਉਂਦੇ ਹੈ। ਇਸ ਲਈ ਮੌਲਾਨਾ ਰੂਮੀ ਨੇ ਦੇਖੋ ਬੜੀ ਪਿਆਰੀ ਗੱਲ ਕਹੀ ਹੈ। ਮੌਲਾਨਾ ਰੂਮੀ ਕਹਿੰਦੇ ਜੀਵਨ 'ਚ ਕਾਮਯਾਬ ਕੌਣ ਹੁੰਦਾ ਹੈ? ਹੁਣ ਜ਼ਰਾ ਸਮਝਣਾ, ਉਹ ਕਹਿੰਦੇ ਕਾਮਯਾਬੀ, ਜਿਹੜੀ ਕਾਮਯਾਬੀ है ना, सफलता, कामयाबी किसी जादू की छड़ी या जादू के चिराग से नहीं मिलती। हुण कई बंदे लभदे कोई जादू का चिराग हथ आ जाए अलादीन दा, बस रगड़ा जिन निकले तो पूछे क्या हुक्म है मेरे आका, बना दे मेरे वास्ते आलीशान कोठी, कर दे मेरे घर दे सामने गड्डियां खड़ियां, भर दे मेरी तिजोरी धन दे नाल। वो कहंदे इदां नहीं कदी हुंदा, फिल्मां 'च ही हुंदा है कि अलादीन गया गुफा च उन्हें चिराग मिल गया, समझते हो कि नहीं यार? किसी ने जादू की छड़ी मिली, छड़ी घुमाई, आवरा का डावरा शू हो गया, बन गया। इदां नहीं हुंदा। मौलाना रूमी ने बड़ी प्यारी गल कही है, वो कहते कामयाबी किसी जादू की छड़ी या जादू के चिराग से नहीं मिलती। फिर केड़ी चीज ना मिलती है? 6 चीज़ां कही उन्होंने, 6 चीज़ां मौलाना रूमी दसदे है कि ये 6 चीज़ां जिहदे जीवन च है कामयाब वही हो सकता है। कोई जादू की छड़ी, कोई जादू का चिराग ना दुनिया ते है तो ना ही उन्हें इंसान को कामयाबी देनी है। पर अगर कहा जाए कि वो जादू की छड़ी, वो जादू का चिराग इंसान के अंदर ही है 6 गुण, अगर इन्हों इंसान धारण कर लवे, इन्हों समझ लवे तो इंसान जीवन च कामयाब हो सकता है, इंसान को कामयाबी मिल सकती है। वो किहड़ियां 6 चीज़ां कहियां है मौलाना रूमी ने, हम समझ लीजिए उन्होंने ये लाइन कि कामयाबी किसी जादू की छड़ी या जादू के चिराग से नहीं मिलती। कामयाबी मिलती है संकल्प, मेहनत, विश्वास, साहस, धैर्य और रब की रहमत से। 6 चीज़ां कही उन्होंने कि कामयाब होने वास्ते ना सब तो पहला इंसान अंदर की चाहिए है? संकल्प किहनूं कहंदे पता कुछ? किसी चीज़ नूं हासिल करन दा ना एक वादा करना, प्रॉमिस करना अपने आप नाल कि आह चीज़ मैं हासिल करनी है। संकल्प करना पैंदा पहला। जिद्दां हुण बंदा कहे मैं हुशियारपुर जाना है, पहला सोच बनानी पैंदी, ओ मेरी मंजिल वो है, तो हुण जाना किद्दां है? फिर बंदा रास्ता लभदा है, फिर बंदा कहता गड्डी जावां, मोटरसाइकिल ते जावां, बस च जावां, किद्दां जावां, रास्ता बाद चों लभ्या जांदा, पहला मंजिल बारे सोचना पैंदा है। संकल्प करना काम मैं करना है, आह चीज़ मैनूं चाहीदी है। सो पहला अपने अपना संकल्प करना कि आह मंजिल में पानी है, आह मैनूं चाहीदा है, समझदे हो कि नहीं? फिर चाहे वो साडी हैल्थ नूं लैके कोई इशू होवे, चाहे किसी चीज़ नूं लैके होवे, मंजिल नूं लैके होवे, चाहे रूहानियत दा होवे, चाहे दुनियाबी होवे, समझना जरा सारे ने। क्योंकि ये बच्चा सोचता ना डॉक्टर बनना है, तो संकल्प पहला करना मैं बनना ही है, मैं हुण फिर की करना है? फिर मेहनत, क्योंकि फिर दूजी चीज़ उन्होंने कही मेहनत। हुण चाहे वो डॉक्टर होवे, साइंटिस्ट होवे, वकील होवे, कोई भी होवे, अगर बनना है पहला संकल्प के आह चीज़ मैं करनी है। और फिर दूसरा कि हुण ये चीज़ मैं सोच ली है तो ये मैनूं बैठे बिठाए नूं घर नहीं मिलनी। ये कोई खाना नहीं है ना, माँ ने रोटी पाई तो मैनूं टीवी देखते देखते नूं, गेम खेडते खेडते लिया के ला, मैं पुत्त भुख लगी खा लै, है मेरा पुत्त भुखा है, बड़ी मेहनत कर रहे ना मोबाइल ते चैटिंग करके ना, उंगलियां थक गई होणगियां बेटे दियां ना, समझदे हो कि नहीं? लै पुत्त खा। जरा हुण समझना, इदां नहीं है कामयाबी कि इदां थाली तश्तरी च पा के तुहाडे के परोस दित्ती जाएगी, लो खाओ जी बैठे बैठे, नहीं, पहला सोचना पैंदा है करना की है। इसलिए असीं कई बार ये देखिया है, तुसीं भी कदी अपने आप नूं पुछ के देखियो, या कई नौजवान अपने आप नूं पुछ के देखण कि बनना की है, तू सोचिया ही नहीं जी, करना की चाहता है तू सोचिया ही नहीं। उम्र कितनी हो गई? 20 साल। तो जिन्हें तेरे सोचे नहीं, 20 साल तेरे गुजर गए, सोचिया ही नहीं, तो फिर हुण अगले 5-10 साल सोचण ते लाई, फिर उस तो अगले 5-10 साल करन ते लाई, तो फिर कहना उम्र लंघ गई, हुण तां हड्डां 'च जान ही नहीं रही, समझदे हो कि नहीं? सो असीं एक बार दसिया भी सी सत्संग दे विच बड़ा खोल के कि जिहड़ी उम्र ना संकल्प लैण दी हुंदी है, जिहड़ी उम्र मेहनत करन दी हुंदी है, कामयाब होण दी हुंदी है, वो उम्र ते ही इश्क दे चक्कर 'च पै के अपनी जिंदगी खराब कर लैंदे।
ਇਸ ਲਈ ਅਸੀਂ ਇੱਕੋ ਹੀ ਗੱਲ ਕਹਿੰਦੇ ਆ ਕਿ ਜਦ ਤੱਕ ਕਾਮਯਾਬੀ ਨਾ ਮਿਲ ਜਾਵੇ ਪਿਆਰ ਦੇ ਚੱਕਰ 'ਚ ਨਾ ਪਾਓ। ਪਹਿਲਾਂ ਕਾਮਯਾਬ ਹੋ, ਪਿਆਰ ਬਾਅਦ 'ਚੋਂ ਦੇਖਿਆ ਜਾਏਗਾ। ਕਿਉਂਕਿ ਜੇ ਪਹਿਲਾਂ ਤੁਸੀਂ ਕਾਮਯਾਬ ਹੋ ਗਏ ਤਾਂ ਫਿਰ ਪਿਆਰ ਤੁਹਾਡੇ ਪਿੱਛੇ ਦੌੜਿਆ ਆਏਗਾ, ਤੇ ਜੇ ਪਹਿਲਾਂ ਪਿਆਰ ਦੇ ਚੱਕਰ 'ਚ ਪੈ ਗਏ, ਪਿਆਰ ਹੋ ਗਿਆ, ਸ਼ਾਦੀ ਹੋ ਗਈ, ਕਾਮਯਾਬ ਹੈ ਨਹੀਂ, ਤਾਂ 6 ਮਹੀਨੇ ਬਾਅਦ ਝਗੜੇ ਹੋਣੇ ਸ਼ੁਰੂ ਹੋ ਜਾਣਗੇ ਜਦੋਂ ਘਰ ਦੇ ਖਰਚੇ ਕਰਨੇ ਪਏ। ਕਿਉਂਕਿ ਹੁਣ ਕਾਮਯਾਬ ਹੈ ਨਹੀਂ, ਜੇਬ 'ਚ ਪੈਸਾ ਨਹੀਂ, ਘਰ ਵਾਲੀ ਨੇ ਵੀ ਮੰਗਣਾ ਹੈ। ਪਹਿਲਾਂ ਤਾਂ ਇਕੱਲੇ ਦੇ ਖਰਚੇ ਨਹੀਂ ਪੂਰੇ ਹੁੰਦੇ, ਡੈਡੀ ਕੋ ਮੰਗਣਾ ਪੈਂਦਾ, ਮੰਮਾ ਕੋ ਮੰਗਣਾ ਪੈਂਦਾ ਸੀ। ਹੁਣ ਘਰ ਵਾਲੀ ਦੇ ਖਰਚੇ, ਕਿਉਂਕਿ ਉਹਨੂੰ ਲਿਪਸਟਿਕ ਵੀ ਚਾਹੀਦੀ ਹੈ, ਉਹਨੂੰ ਪਾਊਡਰ ਵੀ ਚਾਹੀਦਾ, ਉਹਨੂੰ ਮੇਕਅਪ ਸੈੱਟ ਵੀ ਚਾਹੀਦਾ ਹੈ, ਔਰ ਫਿਰ ਸਾਲ ਕੁ ਬਾਅਦ ਬੱਚੇ ਦੇ ਡਾਈਪਰ ਵੀ ਚਾਹੀਦੇ ਆ। ਹੁਣ ਫਿਰ ਇਹ ਝਗੜੇ ਹੁੰਦੇ ਆ, ਫਿਰ ਫਸਾਦ ਹੁੰਦੇ ਆ। ਫਿਰ ਕੁੜੀ ਕਹਿੰਦੀ ਤੂੰ ਮੇਰੇ ਸੁਪਨੇ ਨਹੀਂ ਪੂਰੇ ਕਰ ਸਕਿਆ, ਛੱਡ ਦੇ। ਤਾਂ ਮੁੰਡਾ ਕਹਿੰਦਾ ਤੂੰ ਕਿਹੜੇ ਮੇਰੇ ਕਰ ਦਿੱਤੇ, ਛੱਡ ਦੇ ਮੈਨੂੰ, ਮੈਂ ਤਾਂ ਸੋਚਿਆ ਸੁੱਖ ਮਿਲੂਗਾ। ਪਰ ਇਹ ਟੈਨਸ਼ਨਾਂ ਹੁੰਦੀਆਂ। ਤਾਂ ਜਿਹੜੇ ਪਹਿਲਾਂ ਹੀ ਕਾਮਯਾਬ ਹੋ ਜਾਂਦੇ ਆ ਉਹਨਾਂ ਨੂੰ ਫਿਰ ਚੱਕਰ, ਇਹ ਟੈਨਸ਼ਨਾਂ ਨਹੀਂ ਰਹਿੰਦੀਆਂ, ਫਿਰ ਜ਼ਿੰਦਗੀ ਉਹਦੀ ਲਾਈਫ ਆਰਾਮ ਨਾਲ ਗੁਜ਼ਰਦੀ ਹੈ। ਇਸ ਲਈ ਜਿਹੜੀ ਉਮਰ ਅਸੀਂ ਇਸ਼ਕ ਦੇ ਚੱਕਰਾਂ 'ਚ ਬਹਿ ਕੇ, ਪਿਆਰ ਦੇ ਚੱਕਰਾਂ 'ਚ ਬਹਿ ਕੇ ਖਰਾਬ ਕਰ ਲੈਂਦੇ, ਉਹ ਉਮਰ ਦਰਅਸਲ ਹੁੰਦੀ ਹੈ ਕੁਛ ਆਪਣੇ ਆਪ ਨੂੰ ਕਾਮਯਾਬੀ ਤਰਫ ਲੈ ਕੇ ਜਾਣ ਦੀ, ਮਿਹਨਤ ਕਰਨ ਦੀ, ਸੰਕਲਪ ਲੈ ਕੇ ਉਸ ਮੰਜ਼ਿਲ ਨੂੰ ਪ੍ਰਾਪਤ ਕਰਨ ਦੀ। ਤਾਂ ਫਿਰ ਜਦੋਂ ਤੁਸੀਂ ਕਾਮਯਾਬ ਹੋ ਜਾਂਦੇ ਹੋ ਨਾ, ਤਾਂ ਫਿਰ ਤੁਹਾਨੂੰ ਪਿਆਰ ਲੱਭਣਾ ਨਹੀਂ ਪੈਂਦਾ, ਪਿਆਰ ਦਾ ਦੌੜਾ ਤੁਹਾਡੇ ਪਿੱਛੇ ਆਉਂਦਾ ਹੈ। ਪਰ ਬੰਦਾ ਸਮਝ ਨਹੀਂ ਪਾਉਂਦਾ ਇਸ ਚੀਜ਼ ਨੂੰ। ਇਸ ਲਈ ਇਹ ਚੀਜ਼ਾਂ ਥੋੜੀਆਂ ਨਾ, ਜੇ ਅਗਰ ਜੀਵਨ ਨੂੰ ਦੇਖਿਆ ਜਾਵੇ ਤਾਂ ਜੀਵਨ 'ਚ ਕਾਮਯਾਬ ਹੋਣ ਦੇ ਕੁਝ ਨਿਯਮ ਹੁੰਦੇ, ਔਰ ਉਹੀ ਚੀਜ਼ ਮੌਲਾਨਾ ਰੂਮੀ ਵੀ ਦੱਸਦੇ ਹੈ ਕਿ ਵਕਤ ਹੁੰਦਾ, ਇੱਕ એનર્ਜੀ ਹੁੰਦੀ ਹੈ, ਹਰ ਚੀਜ਼ ਦਾ ਇੱਕ ਟਾਈਮ ਹੁੰਦਾ ਹੈ। ਲੈ ਜਿਹੜੇ ਪਹਿਲਾਂ ਕਾਮਯਾਬ ਹੁੰਦੇ ਆ ਬਾਅਦ ਚੋਂ ਕਰਦੇ ਨੇ ਸ਼ਾਦੀ, ਉਹਦੇ ਲਾਈਫ ਸੈੱਟ ਹੁੰਦੀ ਹੈ। ਤੇ ਜਿਹੜੇ ਕਾਮਯਾਬ ਹੋਣ ਤੋਂ ਪਹਿਲੇ ਹਾਲੇ ਸਕੂਲਾਂ 'ਚ ਗਏ ਹੁੰਦੇ ਆ, ਹਾਲੇ ਪੜ੍ਹਦੇ ਹੁੰਦੇ ਆ, ਉੱਥੋਂ ਹੀ ਲਵ ਮੈਰਿਜ ਕਰ ਲਈ, ਦੌੜ ਕੇ ਕਰ ਲਿਆ, ਇਹ ਕਰ ਲਿਆ, ਉਹ ਕਰ ਲਿਆ, ਬਾਅਦ ਚੋਂ ਪੜ੍ਹ ਵੀ ਨਹੀਂ ਪਾਉਂਦੇ, ਜ਼ਿੰਦਗੀ 'ਚ ਕੁਝ ਬਣ ਵੀ ਨਹੀਂ ਪਾਉਂਦੇ। ਤਾਂ ਫਿਰ ਕੀ ਹੁੰਦਾ ਹੈ? ਬਸ ਉਸ ਤੋਂ ਬਾਅਦ ਨਸ਼ੇ, ਟੀਕੇ, ਦਾਰੂ, ਸ਼ਰਾਬ, ਇਹ 'ਚ ਹੀ ਆਪਣੀ ਜ਼ਿੰਦਗੀ ਖਰਾਬ ਕਰ ਲੈਂਦੇ ਆ। ਫਿਰ ਪੁੱਛੋ ਕਿਉਂ ਭਾਈ? ਉਹ ਜੀ ਮੈਨੂੰ ਤਾਂ ਉਹ ਕੁੜੀ ਧੋਖਾ ਦੇ ਗਈ ਸੀ, ਕੁੜੀਆਂ ਪੀਂਦੀਆਂ, ਮੈਨੂੰ ਤਾਂ ਮੁੰਡਾ ਧੋਖਾ ਦੇ ਗਿਆ ਸੀ। ਇਹ ਸਭ ਕੁਝ ਚੱਲਦਾ ਹੈ ਸਿਸਟਮ। ਹੁਣ ਸਾਨੂੰ ਜ਼ਿੰਦਗੀ ਰੱਬ ਨੇ ਇਸ ਲਈ ਨਹੀਂ ਦਿੱਤੀ ਕਿ ਇਹਨੂੰ ਬਰਬਾਦ ਕਰ ਦਈਏ ਕਿਸੇ ਪਿੱਛੇ ਲੱਗ ਕੇ। ਸਾਨੂੰ ਕੁਦਰਤ ਨੇ ਜ਼ਿੰਦਗੀ ਇਸ ਲਈ ਦਿੱਤੀ ਹੈ ਕਿ ਮਿਹਨਤ ਕਰਕੇ ਅਸੀਂ ਕੁਝ ਬਣ ਕੇ ਦਿਖਾਈਏ, ਆਪਣੀ ਸੋਚ ਨੂੰ ਬੜਾ ਕਰੀਏ, ਤਾਂ ਕਿ ਆਪਣਾ ਵੀ ਭਲਾ ਕਰੀਏ ਤਾਂ ਸਮਾਜ ਦਾ ਵੀ ਭਲਾ ਕਰ ਸਕੀਏ। ਇਸ ਲਈ जिंदगी में कभी मायूस मत होना, वजूद तेरा छोटा नहीं, तू वो कर सकता है जो फरिश्तों ने भी सोचा नहीं। ये गल बार बार क्यों दोहरा रहे हैं कि ਤੁਹਾਨੂੰ ਪਤਾ ਲੱਗੇ ਤੁਹਾਡੀ ਵੈਲਿਊ ਦੇਵੀ ਦੇਵਤਾ ਫਰਿਸ਼ਤਿਆਂ ਨਾਲੋਂ ਵੀ ਜ਼ਿਆਦਾ। ਤੁਸੀਂ ਬਹੁਤ ਕੁਝ ਕਰ ਸਕਦੇ ਹੋ, ਪਰ ਉਹਦੇ ਵਾਸਤੇ ਜਿੱਦਾਂ ਮੌਲਾਨਾ ਰੂਮੀ ਕਹਿੰਦੇ ਆ ਕਿ ਨਾ ਜਾਦੂ ਦੇ ਚਿਰਾਗ ਪਿੱਛੇ ਦੌੜਨ ਦੀ ਲੋੜ ਹੈ, ਕਿਉਂਕਿ ਮਿਲਣਾ ਨਹੀਂ ਹੈ, ਨਾ ਛੜੀ ਪਿੱਛੇ ਦੌੜਨ ਦੀ ਲੋੜ ਹੈ। ਸਮਝਦੇ ਹੋ ਕਿ ਨਹੀਂ? ਆ ਜਿਹੜੇ ਭਾਂਡੇ ਕੇ ਦੇਖ ਰਹੇ, ਚਾਦਰ ਜੀ ਵਿਛਾਉਂਦੇ ਵਿੱਚੋਂ ਭਾਂਡੇ ਕੱਢ ਕੇ ਰੱਖ ਦਿੰਦੇ ਆ, ਸਮਝਦੇ ਹੋ ਕਿ ਨਹੀਂ? ਦੇਖਿਆ ਕਦੀ ਤਮਾਸ਼ਾ ਮਦਾਰੀਆਂ ਦਾ? ਸਮਝਣਾ ਜ਼ਰਾ। ਉਹ ਏਦਾਂ ਚਾਦਰ ਜੀ ਪਹਿਲੇ ਸਮੇਂ 'ਚ ਪਿੰਡਾਂ 'ਚ ਆਉਂਦੇ ਸੀ, ਚਾਦਰ ਵਿਛਾ ਲੈਣੀ ਤਾਂ ਵਿੱਚੋਂ ਏਦਾਂ ਕੱਢ ਕੇ ਖਾਣਾ, ਸਿੱਕਾ ਲੈਣਾ, ਇੱਕ ਲੈ ਕੇ ਐਵੇਂ ਮਾਰਨਾ, ਐ ਢੇਰ ਲਾ ਦੇਣਾ। ਤਾਂ ਤਮਾਸ਼ਾ ਦਿਖਾਉਣ ਤੋਂ ਬਾਅਦ ਕੀ ਕਰਦੇ ਸੀ ਉਹ? ਆ ਲਓ ਜੀ, ਦਿਓ ਕੁਛ ਦੇ ਦਿਓ। ਇੱਕ ਜਮੂਰਾ ਜਿਹਾ ਘੁੰਮਦਾ ਹੁੰਦਾ ਸੀ ਟੋਕਰੀ ਹੀ ਲੈ ਕੇ। ਭਾਈ ਜੇ ਤੇਰੇ ਜਾਦੂ ਦੀ ਛੜੀ ਹੈ, ਸਭ ਕੁਝ ਕਰ ਰਹੀ ਹੈ, ਤਾਂ ਬੰਦਾ ਕੀ ਸੋਚਦਾ ਖੜਾ? ਯਾਰ ਮੇਰੇ ਕੋਲ ਆ ਕਲਾ ਹੋਵੇ ਨਾ, ਮੈਂ ਪੈਸੇ ਢੇਰ ਲਾ ਦੇਣਾ। ਉਹ ਭਾਈ ਜੇ ਇਹ ਕਲਾ ਨਾਲ ਢੇਰ ਲੱਗਦਾ ਵੇ, ਤੁਹਾਡੇ ਕੋਲ ਮੰਗੇ ਉਹਨੂੰ ਤਮਾਸ਼ਾ ਦਿਖਾਉਣ ਦੀ ਤਾਂ ਫਿਰ ਘਰ ਘਰ ਲੋੜ ਹੀ ਨਹੀਂ ਹੈ। ਇਹਦਾ ਮਤਲਬ ਇਹ ਚੀਜ਼ਾਂ ਨਹੀਂ ਕਾਮਯਾਬੀ ਦਿੰਦੀਆਂ। ਕੋਈ ਜਾਦੂ ਦੀ ਛੜੀ ਨਹੀਂ ਕਾਮਯਾਬੀ ਦਿੰਦੀ, ਕੋਈ ਜਾਦੂ ਚਿਰਾਗ ਨਹੀਂ ਕਾਮਯਾਬੀ ਦਿੰਦਾ। ਕਾਮਯਾਬੀ ਦਿੰਦੇ ਆ ਇਹ 6 ਨਿਯਮ, ਜਿਹਦੇ ਬਾਰੇ ਇੱਥੇ ਗੱਲ ਕੀਤੀ ਗਈ ਹੈ ਕਿ ਪਹਿਲਾਂ ਸੰਕਲਪ ਲਓ ਮੈਂ ਪਾਣਾ ਕਿਹੜੀ ਚੀਜ਼ ਨੂੰ ਹੈ, ਔਰ ਫਿਰ ਮਿਹਨਤ ਕਰਨ ਨੂੰ ਤਿਆਰ ਹੋ ਜਾਓ, ਕਿਉਂਕਿ ਬਿਨਾਂ ਮਿਹਨਤ ਤੋਂ ਕਦੀ ਮੰਜ਼ਿਲ ਨਹੀਂ ਪਾਈ ਜਾ ਸਕਦੀ, ਕਾਮਯਾਬੀ ਨਹੀਂ ਪਾਈ ਜਾ ਸਕਦੀ, ਮਿਹਨਤ ਕਰਨੀ ਪੈਣੀ ਹੈ। ਫਿਰ ਤੀਸਰੀ ਚੀਜ਼ ਦੱਸੀ ਹੈ ਵਿਸ਼ਵਾਸ। ਵਿਸ਼ਵਾਸ ਦਾ ਮਤਲਬ ਜੇ ਮੈਂ ਮਿਹਨਤ ਕਰ ਰਿਹਾ ਤਾਂ ਮਿਹਨਤ ਦੇ ਨਾਲ ਨਾਲ ਯਕੀਨ ਰੱਖਣਾ ਕਿ ਮੈਨੂੰ ਵਿਸ਼ਵਾਸ ਹੈ ਕਿ ਮੇਰੀ ਮਿਹਨਤ ਮੈਨੂੰ ਕਾਮਯਾਬੀ ਤੱਕ ਲੈ ਕੇ ਜ਼ਰੂਰ ਜਾਏਗੀ। ਇਹਨੂੰ ਕਹਿੰਦੇ ਵਿਸ਼ਵਾਸ। ਇਸ ਲਈ ਵਿਸ਼ਵਾਸ ਸਾਨੂੰ ਸਾਡੇ ਅੰਦਰਲੀ ਸ਼ਕਤੀ ਨਾਲ ਜੋੜਦਾ ਹੈ। ਔਰ ਚੌਥੀ ਚੀਜ਼ ਕਹੀ ਹੈ ਮੌਲਾਨਾ ਰੂਮੀ ਨੇ, ਸਾਹਸ, ਕਿ ਜਦੋਂ ਕਾਮਯਾਬੀ ਵੱਲ ਜਾਣਾ ਹੈ ਮਿਹਨਤ ਵੀ ਕਰਨੀ ਪੈਣੀ ਹੈ, ਵਿਸ਼ਵਾਸ ਵੀ ਰੱਖਣਾ ਪੈਣਾ। ਤੇ ਇਹ ਵੀ ਯਾਦ ਰੱਖ, ਰਸਤੇ 'ਚ ਮੁਸ਼ਕਿਲਾਂ ਵੀ ਬਹੁਤ ਆਣੀਆਂ ਹੈ। ਇਹ ਨਹੀਂ ਕਿ ਤੁਰਨਾ ਤਾਂ ਆਸਾਨੀ ਨਾਲ ਹੀ ਮੰਜ਼ਿਲ ਤੇ ਪਹੁੰਚ ਜਾਣਾ ਹੈ। ਰਸਤੇ 'ਚ ਰੁਕਾਵਟਾਂ ਵੀ ਬਹੁਤ ਆਣੀਆਂ ਹੈ, ਲੋਕਾਂ ਨੇ ਗੱਲਾਂ ਵੀ ਬਹੁਤ ਕਰਨੀਆਂ ਹੈ, ਕਈਆਂ ਨੇ ਤੇਰੇ ਰਸਤੇ 'ਚ ਪੱਥਰ ਰੱਖਣੇ ਹੈ ਇਹ ਮੰਜ਼ਿਲ ਤੱਕ ਨਾ ਪਹੁੰਚ ਪਾਵੇ, ਕਈਆਂ ਨੇ ਤੈਨੂੰ ਰੋਕਣ ਦੀ ਕੋਸ਼ਿਸ਼ ਕਰਨੀ ਹੈ। ਔਰ ਉੱਥੇ ਤੇਰਾ ਸਾਹਸ ਹੀ ਹੈ ਜੋ ਤੈਨੂੰ ਹਰ ਮੁਸ਼ਕਿਲ ਨਾਲ ਟਕਰਾਉਣ ਦੀ ਤਾਕਤ ਦੇਗਾ। ਹੁਣ ਕਈ ਵਾਰ ਬੰਦਾ ਕਹਿੰਦਾ ਆਫਿਸ ਜੀ
ਆ ਫਲਾਨਾ ਉਹ ਫਲਾਨਾ ਵੀ ਮੈਨੂੰ ਬੜਾ ਤੰਗ ਕਰਦਾ, ਫਲਾਨਾ ਵੀ। ਉਹ ਭਾਈ ਇਹ ਤੰਗੀਆਂ ਆਣੀਆਂ ਹੀ ਐ। ਹੁਣ ਜੇ ਸੋਚੇ ਇਹਨਾਂ ਦੀ ਤੰਗੀ ਕਰਕੇ ਆਫਿਸ ਬਦਲ ਕੇ ਕਿਤੇ ਹੋਰ ਚਲਾ ਜਾਵਾਂ ਤਾਂ ਅਗਲੇ ਆਫਿਸ ਵਿੱਚ ਉੱਥੇ ਵੀ ਪ੍ਰੋਬਲਮ ਆਣੀ ਹੈ। ਉਹ ਆਪਣੇ ਆਪ ਨੂੰ ਇੰਨਾ ਸਟਰੋਂਗ ਬਣਾ ਕਿ ਇਹਨਾਂ ਦਾ ਸਾਹਮਣਾ ਮੈਂ ਕਰ ਸਕਾਂ, ਮੈਂ ਡਰਾਂ ਨਾ बल्कि अगे बढ़ा। मैं समझते हो कि नहीं? इसलिए कोई गल कहांगे कि माना कि जिंदगी की राहों में बहुत मुश्किलें हैं, मगर तुम मायूस होकर रुकना मत। माना कि जिंदगी की राहों में मुश्किलें बहुत हैं, मगर तुम कभी मायूस होकर रुकना मत। भरोसा रखना अपने मालिक पर, ये मुश्किलें दूर हो जाएंगी, बस तुम इनके आगे कभी झुकना मत। जिंदगी के रास्ते की मुश्किलें आएंगी, मायूस ना होयो, रुकियो ना, तुरदे रहो हौली हौली विश्वास नाल। भरोसा रखना कि मेरी रक्षा करने वाला, मैनू संभालने वाला मेरा मालिक मेरे, जिसने मैनू जिंदगी दी है मेरी संभाल भी। बस विश्वास रख के तुरदे रहो। माना कि जिंदगी के रास्ते में मुश्किलें बहुत हैं, मगर कभी मायूस होकर रुकना मत। क्योंकि कई रुक जाते, रुकना किहनूं कहंदे है? मुश्किल बहुत है, मैं नहीं जिंदगी जी सकता, मैं नहीं इन्हां मुश्किलों का सामना कर सकता। या तो हार मन के बह जाएंगे, या नशा कर लेंगे कोई, या फिर अपने आप को खत्म ही कर देंगे, आत्महत्या कर लेंगे कि मैं नहीं इन्हां सामना। वो कहंदे इदां मायूस नहीं होना, क्योंकि ऐसी किहड़ी मुश्किल है जिन्हों तू पार नहीं कर सकता। बस विश्वास की जरूरत है, यकीन की जरूरत है कि जिस मालिक ने मैनू पैदा किया मेरे, इसलिए कही था ना कि मेरी हर मुश्किल का हल होएगा, क्योंकि हल करने वाला मेरा मालिक मेरे, मैनू कामयाबी जरूर, क्योंकि मैनू कामयाबी देने वाला मेरा मालिक मेरे दुख दूर, क्योंकि दुखों को दूर करने वाला मेरा मालिक मेरे। तो मायूस क्यों होना है जब पता हो शक्ति साडे नाल है। इसलिए जिंदगी, माना कि जिंदगी में बहुत मुश्किलें हैं, मगर मायूस होकर कभी रुकना मत। भरोसा रखना अपने मालिक पर, इन मुश्किलों का अंत होगा, बस तुम इनके आगे कभी झुकना मत। बस तू थोड़ा ही अपने स्ट्रॉन्ग बना के खड़ा रह, ये ना हो मुश्किल अगे झुक जावे तो मुश्किल तेते हावी हो जान। तू कहे दुख बहुत बड़े है, मेरी जान ले लेनी है, नहीं, बस तू अड़ के खड़ा रह। समझते हो कि नहीं? तू विश्वास ना खड़ा है, अड़ जा तू। कोई मुश्किल मैनू गिरा नहीं सकती, कोई मुश्किल मैनू हरा नहीं सकती। बस यकीन है मैनू मेरे मालिक ते, ओदी रहमत आएगी और हर मुश्किल का अंत करेगी। फिर आंदा है वक्त तो इंसान की जिंदगी दी मुश्किलां दूर हो जांदियां है। बस इन्ना क बंदे नू थोड़ा सबर करना पैंदा है कि मैं झुका ना, इंतजार करा ओ वक्त दा। कदों वक्त आएगा तो हालात जरूर बदलणगे, दिन जरूर बदलणगे, खुशियां जरूर, कामयाबी जरूर। बस वो वक्त तक का इंतजार करना पैंदा है। इसलिए पेड़ां तो पत्ते झड़ जाते, एक महीना आंदा है पतझड़ दा महीना, तो पेड़ फिर भी खड़े रहंदे हैं, क्योंकि पता जी अज सारे झड़े है तो थोड़ा जिहा इंतजार करना पैना है, दोबारा बहार जरूर। क्योंकि एक सीजन हुंदा पतझड़ दा ते एक हुंदा बहार दा। हुण कई बार देखिया ना खेतों में फसल हुंदी है लहलहा रही, तो कई बार खेत खाली पे हुंदे है, सुन्ने पे हुंदे है। तो जो हुण उसले जमीन कहे हाए मैं तो सुन्नी है, मेरे अंदर तो कुछ है ही नहीं, तो नहीं उन्होंने पता है टाइम थोड़ा खाली दा है और एक दिन आना सब कुछ भरपूर भी, क्योंकि सीजन है, हर चीज का वक्त है। जे तुहाडे जीवन च जो औखा टाइम है तो भरोसा रखो अपने मालिक ते, खुशियां दी बहार भी जरूर। अगर अज सुखां दे पत्ते झड़े तो कल नूं खुशियां दे फुल भी जरूर खिलणगे। इन्हीं कहंदे है खुशियां दी बहार। पर यकीन रखना है ये मुश्किलों का अंत होएगा, बस इन्हां दे अगे झुकना नहीं है, अपने मालिक ते यकीन रखना है। सो मौलाना रूमी ने कहा कामयाबी वास्ते साडे अंदर पहला संकल्प, दूसरा मेहनत, तीसरा विश्वास, चौथा साहस, मुश्किलों नाल लड़न वास्ते साहस, और पंजवा क्या धैर्य, सबर। समझते हो कि नहीं? की क्या है? सबर। सबर भी जरूरी है। हुण एक मुर्गी अंडा दिंदी है, हुण अंडे नूं बंदा रख के कहे है मुर्गी निकली विचों, मुर्गी निकलनी है, वक्त आने ते बच्चा भी निकलना है, क्योंकि हर चीज का एक टाइम
ਹੁੰਦਾ ਹੈ। ਤਾਂ ਜੇ ਸੋਚੇਗੇ ਅੰਡਾ ਜਨਮ ਲੈਂਦੇ ਮੁਰਗੀ ਬਣ ਜਾਵੇ ਤਾਂ ਫਿਰ ਕਹਿੰਦੇ ਇਹਦਾ ਮਤਲਬ ਤੇਰੇ ਅੰਦਰ ਸਬਰ, ਬੋਲੋ ਜਵਾਬ ਦੇ ਦਿਓ, ਨਹੀਂ ਹੈ। ਇਹਨੂੰ ਕਹਿੰਦੇ ਧੈर्य, ਧੈर्य ਰੱਖਣਾ ਹੈ ਕਿ ਤੁਹਾਡੇ ਜੀਵਨ ਦੇ ਵਿੱਚੋਂ ਵੀ ਕਾਮਯਾਬੀ ਪ੍ਰਗਟ ਹੋਏਗੀ। ਜਿੱਦਾਂ ਅੰਡੇ ਵਿੱਚੋਂ ਮੁਰਗੀ ਜਨਮ ਲੈਂਦੀ ਹੈ ਨਾ, ਇਸੇ ਤਰ੍ਹਾਂ ਤੁਹਾਡੇ ਅੰਦਰੋਂ ਵੀ ਕਾਮਯਾਬੀ ਮਿਲੇਗੀ, ਆਏਗੀ। ਪਹਿਲਾਂ ਇਹ ਜਿਹੜੇ ਨਾ ਪਹਿਲੇ ਸੰਕਲਪ ਹੈ, ਜਿੱਦਾਂ ਪਹਿਲਾਂ ਦੱਸਿਆ, ਸੰਕਲਪ, ਮਿਹਨਤ, ਵਿਸ਼ਵਾਸ, ਸਾਹਸ, ਇਹ ਚੀਜ਼ਾਂ ਪਹਿਲਾਂ ਜ਼ਰੂਰੀ ਹੈ। ਔਰ ਜੇ ਇਹ ਗੁਣ ਸਾਡੇ ਅੰਦਰ ਹੈ ਤਾਂ ਇਹਦਾ ਮਤਲਬ ਹੁਣ ਅੰਦਰ ਸਭ ਕੁਝ ਤਿਆਰੀ ਚੱਲ ਰਹੀ ਹੈ। ਇੱਕ ਟਾਈਮ ਆਣਾ ਹੈ ਜਦੋਂ ਇਹ ਅੰਡਾ ਫੁੱਟਣਾ ਤੇ ਇਹਦੇ ਅੰਦਰੋਂ ਕਾਮਯਾਬੀ ਰੂਪੀ ਉਹ ਨਵੇਂ ਜੀਵਨ ਦੀ ਸ਼ੁਰੂਆਤ ਹੋਣੀ ਹੈ। ਇਸ ਲਈ ਕਹਿੰਦੇ ਧੈर्य ਰੱਖ, ਕਾਲੀ ਨਾ, ਕਿਉਂਕਿ ਕਈ ਵਾਰ ਦੇਖਦੇ ਨਾ ਇੱਕ ਬੰਦਾ ਦੁਕਾਨ ਖੋਲਦਾ ਹੈ ਤਾਂ ਹਾਲੇ ਦੁਕਾਨ ਖੋਲ ਵੀ 15 ਦਿਨ ਨਹੀਂ ਹੋਏ ਹੁੰਦੇ, ਦੁਕਾਨ ਨਹੀਂ ਚੱਲ ਰਹੀ ਮੇਰੀ, ਉਹ ਇਹਨੂੰ ਟਾਈਮ ਦੇਣਾ ਪੈਂਦਾ ਹੈ। ਸਮਝਦੇ ਹੋ ਕਿ ਨਹੀਂ? ਅਜੀ ਪੌਦਾ ਲਾਇਆ ਮੈਂ, ਫਲ ਨਹੀਂ ਦਿੰਦਾ, ਟਾਈਮ ਲੱਗਦਾ ਹੈ। ਪਹਿਲਾਂ ਨੂੰ ਜਣਾ ਜਮਾ ਲੈਂਦੇ ਇਹਨੂੰ, ਫਿਰ ਸਾਰੀ ਜ਼ਿੰਦਗੀ ਫਲ ਹੀ ਇਸਨੇ ਦੇਣੀ ਹੈ। ਸੋ ਜ਼ਿੰਦਗੀ ਦੇ ਵਿੱਚ ਹਰ ਚੀਜ਼ ਵਾਸਤੇ ਮਿਹਨਤ ਕਰਨੀ ਪੈਂਦੀ ਤੇ ਨਾਲ ਧੈर्य ਵੀ ਰੱਖਣਾ ਪੈਂਦਾ ਹੈ। ਔਰ ਫਿਰ 6ਵੀਂ ਚੀਜ਼ ਕਹੀ ਹੈ ਮੌਲਾਨਾ ਰੂਮੀ ਨੇ, ਉਹ ਕਿਹੜੀ ਹੈ ਜਿਹੜੀ ਸਭ ਤੋਂ ਜ਼ਰੂਰੀ ਹੈ, ਜਿਸ ਤੋਂ ਬਿਨਾਂ ਜ਼ਿੰਦਗੀ नहीं है। इसलिए दोबारा दोहरावांगे कि कामयाबी किसी जादू की छड़ी या जादू के चिराग से नहीं मिलती। कामयाबी के लिए संकल्प, मेहनत, विश्वास, साहस, धैर्य और रब की रहमत का होना जरूरी है। और कहते नाल नाल दी रहमत, क्योंकि बंदा मेहनत जिन्नी मर्जी करी जावे, हुण फर्ज करो किसान मिहनत कर रहा, संकल्प लेंदा कि इस बार मैं कणक बीजनी है, समझ लियो, और ਉਹਦੇ ਵਾਸਤੇ हल चलाता है, मेहनत करता है, बीज पा दिंदा है, विश्वास है कि फसल जरूर आएगी, सब कुछ कर लिया। हुण रास्ते च फर्ज करो चिड़िया आंदियां, कुछ आंदा है तो वह साहस नाल उन्हां सामना भी करता कि कोई जानवर इहनूं खराब ना करे, रक्षा भी करता ਉਹਦੀ। हुण सब कुछ ਉਹਨੇ ਕੀਤਾ, पर जे रब की रहमत ना हो, बीज ही खराब हो जाए, वो फसल उगे ही ना, समझते हो कि नहीं? फिर की होएगा? किसान उत्थे कुछ कहना मैं मेहनत भी की सी, बीज भी बोया सी, पर फसल हुई नहीं, सुखा पै गया या बीज खराब हो गया या बिचों फसल। ਇਹਦਾ मतलब है कि हर चीज पहला ऐसी ही करनी है और लास्ट में की कहना है कि ऐ मेरे मालिक जो मेरे हाथ सी मैं कर दिता, हुण जो तेरे हाथ च तू कर दे। ਇਹਨੂੰ ਕਹਿੰਦੇ रहमत। ताही कहते मेहनत मेरी, रहमत तेरी। इसलिए रहमत कामयाबी वास्ते जरूरी है, सफलता वास्ते जरूरी है। क्योंकि फिर कहांगे बीज तुसी बो सकते हो, पर बीज चो पौधा तुसी नहीं कट सकते। वो पौधा अगर निकल आता है तो उन्होंने फुल फल तुसी, ये ओदी किरपा, ये ओदी रहमत काम करती है। इसलिए रहमत का होना जीवन में बहुत जरूरी है। इसलिए और रहमत नूं प्राप्त करने वास्ते, कामयाबी नूं हासिल करने वास्ते सानू गुरुआं, रहबरां, पीरां, फकीरां नाल जुड़ना, क्योंकि जिथे रहमत है उत्थे जुड़ांगे तो फिर ही रहमत। जिद्दां बंदे नूं पता रस चाहिदी तो गन्ने को जाना पैना है, खुशबू चाहिदी तो फुल्लां को जाना पैना है, तो जे रब दी रहमत चाहिदी तो पीरां, फकीरां, गुरुआं, रहबरां दे कोल जाना पैना है। क्योंकि रब ने खुशबू फुल्लां च रखी है, समझदे हो कि नहीं? मिठास गन्ना हो गया या होर फल होंदे है जिहदे मिठास रखी है, रहमत ओदी काम करदी है, पर वो स्वाद लैण वास्ते वो चीज़ कोल सानू जाना पैंदा है। तो रब दीयां रहमतां, वैसे तो यही दसी ना, रब दी रहमत सब दे अंदर ही है, समझदे हो कि नहीं? पर देखना तो प्रगट कित्थे है। जिद्दां धरती 'च हर जगह पानी है, पर जो प्यास लगदी तो असीं ये नहीं कहते जिथे असीं बैठे ना जमीन ते पानी इत्थे भी है, तो इत्थे लियाओ कही टोआ पुट्टना शुरू करिए, इत्थों पानी कड्ढिए, फिर तो भाई इत्थे मर जावांगे। इसलिए जिथे पानी प्रगट है, कुआं है या पता है, उत्थे जाके पानी आसानी ना मिल जाता है। हाँ, फिर कला बंदा सिख लैंदा गुरुआं, पीरां, फकीरां दे कोल बह के कि इस रहमत तक पहुंचिया, इनू कहंदे ध्यान, इनू कहंदे मैडिटेशन, कि जिहदे नाल इंसान अपने अंदर बैठी शक्ति नाल जुड़दा है, तो अपने अंदर बैठी ताकत का इंसान नूं एहसास हुंदा, तो इंसान अपना जीवन फिर सफल बना लैंदा है। इसलिए आओ हुण टाइम काफ़ी हो गया है, हुण इक्को ही गल कहांगे कि जिंदगी कभी निराश नहीं होना, जिंदगी कभी उदास नहीं होना, क्योंकि तब मालिक ने हाथ पकड़ा जब मैं बेसहारा था, तब मेरे मालिक ने हाथ पकड़ा जब मैं
बेसहारा था, और उसका होकर जीत गया मैं पहले कदम कदम पर। जिथे पहला कदम कदम ते मेरी हार हुंदी सी, हुण ओहदा हो के हर कदम ते मैनू जित मिल रही है। क्योंकि जितने वास्ते ना ਉਹਦਾ साथ होना जरूरी है। इसलिए ਅਸੀਂ कई बार दसी ना दुर्योधन की सेना भी बड़ी सी, तो दुर्योधन को योद्धा भी बड़े सी। क्योंकि भीम, द्रोण, समझना जरा, कृपाचार्य, कर्ण वर्गे योद्धा बड़े बड़े सी दुर्योधन के कोल। तां ही तो अर्जुन देख के डर गया सी, तां ही तो श्री कृष्ण ਨੂੰ गीता ਦੇ ਜ਼ਰੀਏ ਉਹਦਾ डर दूर करना ਪਿਆ। ਉਹਦਾ ਗੰਢੀਵ ਵੀ ਛੁੱਟ ਗਿਆ ਸੀ कि मैं इधर कल्ला। क्योंकि ना भीम ਨੂੰ तीर चलाना आंदा है, तो ना युधिष्ठिर ਨੂੰ, ना नकुल, ना सहदेव ਨੂੰ, क्योंकि इधर अर्जुन ही सी कल्ला धनुषधारी। ਹੁਣ समझ लो कि इधर एको अर्जुन ਦੇ ਕੋਲ, ਇਹਨੂੰ ਇਦਾਂ समझ लो, इधर एक अर्जुन ਦੇ ਕੋਲ गन है, बंदूक है, तो उधर 10 बंदे बंदूका लेके खड़े है, तो कल्ले बंदे ने उधर डर जाना। भाई मैं एक गोली चलाऊं, उधरों 10 चलन गई, इधरों मैं एक तीर चलाऊं, उधरों द्रोण भी तीर वाला, भीष्म पितामह भी तीर वाले, कृपाचार्य भी तीर वाले, कर्ण भी, किन्ने योद्धा है जो अगे तीर लेके खड़े है, इधर मैं कल्ला। इसलिए अर्जुन डर गया। और फिर कहांगे कि जित किहदी हुंदी है, अगे की है, अगे किन्ने योद्धा है, अगे किड्डी बड़ी सेना है, मायने ये नहीं दिखांदा। इस इतिहास गवाह जित अर्जुन दी हुई, क्योंकि अर्जुन नाल श्री कृष्ण खड़े सी। अगर यही कृष्ण दुर्योधन दे नाल खड़े हुंदे तो फिर अर्जुन दी हिम्मत सी कि अर्जुन दुर्योधन नूं हरा दिंदा। फिर तो शायद पहले दिन ही वो सिस्टम ही खत्म हो जाता, पांडवां दा ही अंत हो जाता अगर कृष्ण दूजी साइड हुंदे। सो दसना असीं की चाहते हैं कि इन्हां देखो सामने मुश्किलां किन्नियां है, इन्हां देखो सामने हालात किन्ने है, बस ये देखो कि मेरे नाल कौन खड़ा है। क्योंकि जे तो ओहदे नाल हुंदी कि मेरे साथ कौन है, समझदे हो कि नहीं? बस मैनू यकीन होना चाहिए कि मेरा मालिक मेरे, तो फिर मैनू कोई हरा, फिर दुखों की औकात, फिर परेशानियां की औकात कि मैनू हरा देन, क्योंकि मेरी रक्षा करने वाला मेरा मालिक मेरे। इसलिए तुहानू भी चिंता करने की लोड़ नहीं, तुहाडे नाल खड़े हैं असीं। विश्वास रखो, यकीन रखो, सुआओ। हुण आखिरले वचनां च कह दईए कि मैनू अपने मालिक ते पूरा, मैनू अपने मालिक ते पूरा, मैनू अपने मालिक ते पूरा, मेरियां झोलियां खुशियां नाल, मेरियां झोलियां खुशियां नाल, मेरियां झोलियां खुशियां नाल, मेरे सारे दुख दूर, मेरे सारे दुख दूर, मेरे सारे दुख दूर। मेरा मालिक मेरे, मेरा मालिक मेरे, मेरा मालिक मेरे। मैं बहुत, मैं बहुत, मैं बहुत, खुशी आ गई, आ गई, आ गई, आ गई, रहमत आ गई, आ गई, आ गई, आ गई। मेरा मालिक मेरे, मेरा मालिक मेरे, मेरा मालिक मेरे, मेरा मालिक मेरे। बस विश्वास रखो तो मालिक हमेशा ही नाल है। तो हुण इन्हां वचनां नाल ही इस सत्संग की समाप्ति करांगे। मालिक तुहाडे सब ते अपनी रहमत करन। आने वाला समा तुहाडे सब दे वास्ते खुशियां, रहमतां, बरकतां, कामयाबी, सफलता भरिया होवे, और हमेशा हसदे, मुस्कुरांदे, तंदुरुस्त, सदा खुश रहो तुसीं, और मालिक की रहमत का इद्दां आनंद लैंदे रहो। और जिस तरह दस्सिया 2 तरीक नूं सालाना प्रोग्राम जरूर हुम हुमा के पहुंचो। रहमतां दा दिन है, तो जो इंसान प्रेम शरद ना चल के उस मालिक के घर तक आता है तो बहुत कुछ इंसान हासिल करके आता है। सो ये मौका मिले तो तुसी भी जरूर पहुँचो। तो आने वाला समा फिर कहांगे, उस मालिक के अगे अरदास करांगे कि आने वाला समा तुहाडे सारिਆਂ वास्ते तंदुरुस्ती भरिया होवे, खुशियां भरिया होवे। मालिक तुहाडे सब दे दुखों, दर्दां, परेशानी नूं दूर करन, और तुहाडे सब दे दिलां 'च अपना प्यार, अपना विश्वास पैदा करन, ताकि तुसी जीवन का पूरा पूरा आनंद लै सको, और अपनी किरपा दया दृष्टि वो मालिक हमेशा तुहाडे ते बनाए रखन। यही साडी उस मालिक के चरणों 'च अरदास बेनती है। हुण अंत विच तुहाडे सब दे अंदर वसदे उस मालिक नूं असीं प्रणाम करदे हां। साडा प्रणाम स्वीकार करो। जय मालिका दी। वीडियो अच्छी लगी हो तो कृपया इसे शेयर जरूर करें। आपके शेयर करने से अगर किसी की जिंदगी में अच्छा बदलाव आता है, पॉजिटिव चेंज आती है, तो ये भी आपकी तरफ से किया गया एक नेक कर्म होगा, एक सेवा होगी। तो वीडियो को शेयर जरूर करें, और वीडियो देखने के लिए सर्व संजय दरबार कांटियां शरीफ यूट्यूब चैनल को सब्सक्राइब करें, और फेसबुक पेज को फॉलो करना ना भूलें। जय माता। जय
है।